एक वादा करो अब हमसे ना बिछड़ोगे कभी, नाज हम सारे उठा लेंगे, तुम आओ तो सही, तुमको हम दिल में बसा लेंगे, तुम आओ तो सही, तुमको हम दिल में। समाज ਦਾ ਤੀਜਾ ਵਰਗ ਇੱਕ ਲੰਬੇ ਅਰਸੇ ਤੋਂ ਆਪਣੇ ਹਕੂਕਾਂ ਲਈ ਜੱਦੋ-ਜਹਿਦ ਕਰ ਰਿਹਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਸਾਡਾ ਭਾਰਤੀ ਸਮਾਜ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੀ ਵੀ ਇਹੀ ਸਮੱਸਿਆ ਹੈ। ਹੁਣ ਤੀਜੇ ਵਰਗ ਦੇ ਬਹੁਤੇ ਲੋਕਾਂ ਨੇ ਸਮਾਜ ਵਿੱਚ ਮਾਨਤਾ ਪ੍ਰਾਪਤ ਕਰਨ ਲਈ ਸਰਜਰੀ ਦਾ ਰਾਹ ਚੁਣ ਲਿਆ ਹੈ। ਇਹ ਪ੍ਰੋਸੈਸ ਬੜਾ ਹੀ ਦਰਦਨਾਕ ਹੈ। ਇਸੇ ਤਰ੍ਹਾਂ ਦੀਆਂ ਕਿੰਨਰ ਸਮਾਜ ਦੀਆਂ ਕਿੰਨੀਆਂ ਹੀ ਸਮੱਸਿਆਵਾਂ ਤੇ ਚਾਨਣਾ ਪਾਉਂਦੀ ਸਾਡੀ ਅੱਜ ਦੀ ਇਹ ਵਾਰਤਾਲਾਪ ਧਨੰਜੇ ਚੌਹਾਨ ਦੇ ਨਾਲ। ਅਸੀਂ ਰਿਗਵੇਦ ਦੀ ਗੱਲ ਕਰੀਏ ਜਾਂ ਰਾਮਾਇਣ ਕਾਲ ਦੀ ਗੱਲ ਕਰੀਏ, ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਾਡੇ ਕੋਲ ਵੇਦਾਸ ਉਪਨਿਸ਼ਦਸ ਵਗੈਰਾ ਹੈਗੇ ਨੇ, ਉਹਨਾਂ 'ਚ ਤੀਸਰੇ ਵਰਗ ਦੀ ਗੱਲ ਕੀਤੀ ਗਈ ਹੈ। ਔਰ ਹੁਣ ਜੇਕਰ ਅਸੀਂ ਸਿਆਸੀ ਗਲਿਆਰਿਆਂ ਦੀ ਗੱਲ ਕਰੀਏ ਤਾਂ ਇੱਥੇ ਵੀ ਤੀਸਰੇ ਵਰਗ ਨੂੰ ਮਾਨਤਾ ਪ੍ਰਾਪਤ ਹੈ। ਉਸ ਤੋਂ ਬਾਅਦ ਲੋਕਾਂ ਦੀ ਸਾਈਕੀ ਇਸ ਮੁਤਲਕ ਕਾਫੀ ਖੁੱਲ੍ਹੀ ਹੈ। ਪਰ ਅੱਜ ਮੇਰਾ ਗੱਲਬਾਤ ਦਾ ਮੌਜੂ ਇਹ ਹੈ ਕਿ ਬਾਵਜੂਦ ਇਸ ਦੇ ਜਦੋਂ ਹਰੇਕ ਫਾਰਮ ਦੇ ਵਿੱਚ ਟਰਾਂਸਜੈਂਡਰਸ ਦਾ ਇੱਕ ਖਾਨਾ ਬਣਿਆ ਹੁੰਦਾ ਹੈ, ਉੱਥੇ ਮਾਨਤਾ ਪ੍ਰਾਪਤ ਹੈ, ਸਰਕਾਰੀ ਨੌਕਰੀਆਂ ਵਾਸਤੇ ਉਹ ਐਲੀਜੀਬਲ ਨਹੀਂ, ਪਰ ਉਹਨਾਂ ਨੂੰ ਇਹ ਲੋੜ ਮਹਿਸੂਸ ਕਿਉਂ ਹੋ ਰਹੀ ਹੈ ਕਿ ਉਹ ਆਪਣੇ ਆਪ ਨੂੰ ਮੇਲ ਜਾਂ ਫੀਮੇਲ ਦੀ ਕੈਟੇਗਰੀ ਦੇ ਵਿੱਚ ਫਿੱਟ ਕਰਨ। ਤਾਂ ਇਸ ਵਾਸਤੇ ਉਹਨਾਂ ਨੂੰ ਸਰਜਰੀਜ਼ ਕਰਾਉਣੀਆਂ ਪੈਂਦੀਆਂ ਨੇ, ਬਹੁਤ ਪੇਨਫੁਲ ਪ੍ਰੋਸੀਜਰ 'ਚੋਂ ਗੁਜ਼ਰ ਕੇ ਆਪਣੇ ਆਪ ਨੂੰ ਉਸ ਲੈਵਲ 'ਤੇ ਲੈ ਕੇ ਆਉਣਾ ਪੈਂਦਾ ਹੈ ਜਿੱਥੇ ਲੋਕ ਉਹਨਾਂ ਨੂੰ ਸਮਝ ਸਕਣ, ਉਹਨਾਂ ਨੂੰ ਉਹ ਤੀਸਰੇ ਵਰਗ ਵਾਲੀ ਕੈਟੇਗਰੀ 'ਚੋਂ ਨਿਕਲ ਕੇ ਮੇਲ ਜਾਂ ਫੀਮੇਲ ਦੀ ਕੈਟੇਗਰੀ 'ਚੋਂ ਆਪਣੇ ਆਪ ਨੂੰ ਲੈ ਆਉਂਦੇ ਹੈ। ਇਹ ਤਮਾਮ ਗੱਲਾਂ ਅੱਜ ਦੇ ਇਸ ਪ੍ਰੋਗਰਾਮ 'ਤੇ ਅਸੀਂ ਡਿਸਕਸ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਧਨੰਜੇ ਚੌਹਾਨ ਜੀ। ਇਹ ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟਰਾਂਸਜੈਂਡਰ ਸਟੂਡੈਂਟ ਨੇ। ਉਸ ਤੋਂ ਬਾਅਦ ਇਹ ਕਾਫੀ NGOs ਦੇ ਨਾਲ ਵਾਬਸਤਾ ਰਹੇ ਨੇ। ਇਹਨਾਂ ਨੇ ਡਬਲ MA ਕੀਤੀ, ਜਿਸ ਵਿੱਚ ਇਹਨਾਂ ਨੇ ਸੋਸ਼ਲ ਇਸ਼ੂਜ਼ 'ਤੇ ਕੰਮ ਕੀਤਾ ਔਰ ਨਾਲੋਂ ਨਾਲ ਹੁਣ ਸੁਸਾਇਟੀ ਦੇ ਵਿੱਚ ਇਹਨਾਂ ਦਾ ਕਾਫੀ ਯੋਗਦਾਨ ਹੈ। ਇਹਨਾਂ ਤੇ ਇੱਕ ਫਿਲਮ ਵੀ ਬਣੀ ਹੈ, ਡਾਕੂਮੈਂਟਰੀ ਫਿਲਮ ਬਣੀ, ਜਿਸ ਨੂੰ ਜਗ੍ਹਾ ਜਗ੍ਹਾ ਤੇ ਨੈਸ਼ਨਲ ਅਵਾਰਡਸ ਨਾਲ ਨਵਾਜ਼ਿਆ ਗਿਆ। ਧਨੰਜੇ ਜੀ, ਸਵਾਲ ਇਹ ਹੈ ਕਿ ਤੁਹਾਨੂੰ ਉਸ ਜੋ ਨੈਸ਼ਨਲ ਅਵਾਰਡ ਮਿਲਿਆ, ਤੁਹਾਡੇ ਉੱਤੇ ਡਾਕੂਮੈਂਟਰੀ ਫਿਲਮ ਆਈ ਗਈ, ਕੋਈ ਫਾਇਦਾ ਹੋਇਆ? ਫਾਇਦਾ ਤਾਂ ਦੇਖੋ ਨਹੀਂ ਹੋਇਆ, ਬਟ ਕਿਉਂਕਿ ਦੇਖੋ ਜਿਸ ਇਨਸਾਨ ਦੇ ਉੱਪਰ ਜਾਂ ਸਟਰਗਲ ਜਿਹੜਾ ਹੈ ਉਹ ਦੁਨੀਆ 'ਚ ਦਿਖਾਇਆ ਜਾਂਦਾ ਹੈ, ਉਹ ਤਾਂ ਵੈਸੇ ਹੀ ਚੱਲਦਾ ਰਹਿੰਦਾ ਹੈ ਜੀ, ਉਹ ਕਦੇ ਖ਼ਤਮ ਨਹੀਂ ਹੁੰਦਾ। ਅਤੇ ਸਾਡਾ ਜਿਹੜਾ ਬਚਪਨ ਤੋਂ ਲੈ ਕੇ ਮਰਦੇ ਦਮ ਤੱਕ ਜੀ ਸਟਰਗਲ ਤਾਂ ਰਹੇਗਾ ਹੀ ਹੈ। ਫਿਲਮ ਬਣਾਉਣ ਨਾਲ ਇਹ ਹੁੰਦਾ ਕਿ ਚਲੋ ਲੋਕਾਂ ਨੂੰ ਪਤਾ ਲੱਗਦਾ ਇਹ ਇਨਸਾਨ ਦਾ ਸਟਰਗਲ ਇਹ ਹੈ। ਕਈ ਲੋਕ ਇੱਦਾਂ ਉਹਦਾ ਮਜ਼ੇ ਵੀ ਲੈਂਦੇ, ਕਈ ਲੋਕ ਚਸਕੇ ਨਾਲ ਦੇਖਦੇ ਵੀ ਹੈ, ਕਈ ਲੋਕ ਅਪਰੀਸ਼ੀਏਟ ਵੀ ਕਰਦੇ ਹੈ। ਬਟ ਫਾਈਨੈਂਸ਼ੀਅਲੀ ਦੇਖਿਆ ਜਾਏ ਜਾਂ ਸਥਿਤੀ ਜਿਹੜੀ ਹੈ ਉਹ ਪਰਿਵਰਤਿਤ ਨਹੀਂ ਹੁੰਦੀ ਹੈ ਜੀ, ਕਿਉਂਕਿ ਉਹ ਜੇ ਪਰਿਵਰਤਨ ਚਾਹੁੰਦੇ ਵੀ ਲੋਕ ਅਤੇ ਕਿਤੇ ਨਾ ਕਿਤੇ ਜਿਹੜੇ ਸਰਕਾਰੀ ਜਿਹੜੇ ਬੈਰੀਅਰਸ ਹੈ ਉਹ ਵਿੱਚ ਆ ਜਾਂਦੇ ਹੈ, ਅਤੇ ਇਸ ਕਰਕੇ ਕੋਈ ਵੀ ਡਿਸੀਜ਼ਨ ਲੈਣਾ ਇੰਨਾ ਆਸਾਨ ਨਹੀਂ ਹੁੰਦਾ ਹੈ। ਜੀ, ਜੇਕਰ ਅਸੀਂ ਖੁੱਲ੍ਹੇ ਦਿਮਾਗ ਨਾਲ ਗੱਲ ਕਰੀਏ ਅਤੇ ਸਰਕਾਰ ਦੀਆਂ ਪੋਲਿਸੀਜ਼ 'ਤੇ ਗੱਲ ਕਰੀਏ, ਜਿਵੇਂ UCC ਦਾ ਹਾਲ ਹੀ ਬੜਾ ਰੌਲਾ ਚੱਲ ਰਿਹਾ ਹੈ, ਤਾਂ UCC ਦੀ ਕੀ ਸਾਨੂੰ ਲੋੜ ਹੈ? ਮੈਨੂੰ ਲੱਗਦਾ ਹੈ ਵੀ UCC ਦੀ ਲੋੜ ਹੈ ਹੀ ਨਹੀਂ, ਕਿਉਂਕਿ ਅਸੀਂ ਪਹਿਲਾਂ ਹੀ ਇੱਕ ਯੂਨੀਫਾਰਮਿਟੀ ਦੇ ਇੱਕ ਸੈਂਸ ਵਿੱਚ ਰਹਿ ਰਹੇ ਹਾਂ। ਸਾਡੇ ਕ੍ਰਾਈਮ ਜਿਹੜੇ ਲਾਜ਼ ਨੇ ਉਹ ਕਿਤੇ ਨਾ ਕਿਤੇ ਯੂਨੀਫਾਰਮ ਨੇ। ਮਤਲਬ ਮੇਰੇ ਗੱਲਬਾਤ ਦਾ ਹੁਣ ਮੌਜੂ ਇਹ ਹੈ ਕਿ ਜਦੋਂ UCC ਅਸੀਂ ਲਾਗੂ ਕਰਨ ਵਾਲੀਆਂ ਚੀਜ਼ਾਂ ਸੋਚ ਰਹੇ, ਜਿੱਥੇ ਹਰੇਕ ਬੰਦੇ ਵਾਸਤੇ ਇੱਕ ਹੀ ਲਾਅ ਹੋਏਗਾ, ਇੱਕ ਹੀ ਟ੍ਰੈਡੀਸ਼ਨ ਹੋਏਗੀ, ਉਸ ਤੋਂ ਬਾਹਰ ਸ਼ਾਇਦ ਕੁਛ ਨਾ ਹੋਵੇ, ਪਰ ਜਿਵੇਂ 56 ਦੇ ਆਸ-ਪਾਸ ਵਿਡੋ ਮੈਰਿਜ ਐਕਟ ਆਇਆ, ਤਾਂ ਹੁਣ ਵੀ
ਲੋਕਾਂ ਦੀ ਸਾਈਕੀ ਨੂੰ ਚੇਂਜ ਕਰਨਾ ਲਾਅ ਦੇ ਹੱਥ ਨਹੀਂ ਹੁੰਦਾ। ਉਹ ਕਿਤੇ ਨਾ ਕਿਤੇ ਉਹਦੇ ਵਾਸਤੇ ਸਾਨੂੰ ਹੋਰ ਜਿਹੜੇ ਨੇ ਸਟਰਗਲਸ ਕਰਨੀਆਂ ਪੈਣਗੀਆਂ, ਹੋਰ ਪ੍ਰੋਗਰਾਮਸ ਚਲਾਉਣੇ ਪੈਣਗੇ। ਹਾਲੇ ਵੀ ਇੰਡੀਆ ਦੇ ਬੜੇ ਸਾਰੇ ਇਸ ਤਰ੍ਹਾਂ ਦੇ ਕਲਚਰਸ ਨੇ, ਬੜੇ ਸਾਰੇ ਟਰਾਈਬਸ ਨੇ ਜਿੱਥੇ ਵਿਧਵਾਵਾਂ ਨੂੰ ਰੀਮੈਰਿਜ ਕਰਾਉਣ ਦਾ ਅਧਿਕਾਰ ਨਹੀਂ ਹੈ। ਸੋ ਮੇਰਾ ਸਿੱਧਾ ਸਵਾਲ ਇਹੀ ਕਿ ਟਰਾਂਸਜੈਂਡਰਸ ਦੀ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਕੀ ਇੱਕ ਲਾਅ ਪਾਸ ਕਰਨ ਨਾਲ, ਇੱਕ ਇਸ ਤਰ੍ਹਾਂ ਦਾ UCC ਵਰਗੀ ਚੀਜ਼ ਜਿਹੜੀ ਆ ਅਪਲਾਈ ਕਰਨ ਦੇ ਨਾਲ ਕਿ ਅਸੀਂ ਲੋਕਾਂ ਦੀ ਸਾਈਕੀ ਨੂੰ ਚੇਂਜ ਕਰ ਸਕਦੇ ਹਾਂ? ਦੇਖੋ UCC ਦਾ ਕੋਈ ਵੈਸੇ ਇੰਡੀਆ ਵਿੱਚ ਕੋਈ ਫਾਇਦਾ ਹੈ ਨਹੀਂ ਜੀ, ਠੀਕ ਹੈ ਨਾ। ਤੇ ਇੱਕ ਦੇਸ਼ ਵਿੱਚ ਦੋ ਕਾਨੂੰਨ ਹਰ ਇੱਕ ਵਰਗ ਵਾਸਤੇ, ਫਿਰ ਅਗਲਾ ਬੰਦਾ ਦੂਸਰਾ ਇੱਕ ਵਰਗ ਹੋਰ ਆ ਜਾਏਗਾ, ਉਹ ਕਹੇਗਾ ਸਾਡੇ ਵਾਸਤੇ ਵੀ ਅਲੱਗ ਹੋਣਾ ਚਾਹੀਦਾ। ਹਰ ਇੱਕ ਕਮਿਊਨਿਟੀ ਆਏਗੀ, ਉਹ ਸਾਡੇ ਅਲੱਗ ਕਾਨੂੰਨ ਮੰਗੇਗੀ ਜੀ। ਸੋ ਵੈਸੇ ਵੀ ਸਾਡਾ ਫੰਡਾਮੈਂਟਲ ਰਾਈਟਸ ਸਾਰਿਆਂ ਵਾਸਤੇ ਬਰਾਬਰ ਹੀ ਹੈ। ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਉਹ ਸਾਰਿਆਂ ਵਾਸਤੇ ਬਰਾਬਰ ਹੀ ਹੈ। ਤੇ ਮੈਨੂੰ ਲੱਗਦਾ ਨਹੀਂ ਕਿ ਇਹ ਜ਼ਰੂਰਤ ਹੈ ਇੱਕ ਦੇਸ਼ ਵਿੱਚ ਦੋ, ਜਿਸ ਤਰ੍ਹਾਂ ਕਸ਼ਮੀਰ ਦਾ ਮਾਮਲਾ ਸੀਗਾ ਵੀ ਇੱਕ ਕੰਟਰੀ ਵਿੱਚ ਦੋ ਫਲੈਗਸ ਹੈ, ਦੋ ਕਾਨੂੰਨ ਹੈ ਅਤੇ ਸ਼ਰੀਅਤ ਦੇ ਹਿਸਾਬ ਨਾਲ ਫਿਰ ਹੋਰ ਵੀ ਚੀਜ਼ਾਂ ਦੋ ਅਲੱਗ ਹੋ ਜਾਂਦੀਆਂ, ਫਿਰ ਹੋਰ ਤਾਂ ਬਹੁਤ ਸਾਰੀ ਕੰਪਲਿਕੇਸ਼ਨਸ ਹੈ। ਵੈਸੇ ਵੀ ਜਿਹੜਾ ਕਾਨੂੰਨ ਸੀਗਾ, ਜਿਹੜਾ ਕ੍ਰਿਮੀਨਲ ਕਾਨੂੰਨ ਹੈ ਨਾ, ਕਾਨੂੰਨ ਹੈ IPCs ਹੈ, ਉਹ ਸਾਰੇ ਵਾਸਤੇ ਇੱਕੋ ਹੀ ਤਰ੍ਹਾਂ ਦੇ ਲਾਗੂ ਹੁੰਦੀਆਂ ਜੀ। ਕੋਈ ਕੋਈ ਅਗਰ ਗੈਰ ਕਾਨੂੰਨੀ ਕੰਮ ਕਰਦਾ ਹੈ ਜੀ, ਉਹਦੇ ਵਾਸਤੇ ਸੇਮ ਕਾਨੂੰਨ ਹੈਗਾ, ਦੋਨੋਂ ਕੋਈ ਵੀ ਇਨਸਾਨ ਹੋਵੇ। ਅਤੇ ਮੈਨੂੰ ਲੱਗਦਾ ਨਹੀਂ ਕਿ ਸਿਰਫ ਉਹ ਸਿਰਫ ਨਾਮ ਮਾਤਰ ਦਾ ਕਹਿੰਦੇ ਨਾ ਕਿ ਸਿਰਫ ਦਿਖਾਵੇ ਵਾਸਤੇ ਉਹ ਜਿਹੜੇ ਦੂਸਰੇ ਕਾਨੂੰਨ ਹੈ ਨਾਲ ਚੱਲਦੇ ਪਏ। ਮੈਨੂੰ ਲੱਗਦਾ ਹੁਣ ਸਮੇਂ ਆ ਗਿਆ ਖਤਮ ਹੋ ਕੇ ਇੱਕ ਮਤਲਬ ਇੱਕੋ ਹੀ ਕਾਨੂੰਨ ਹੋਵੇ ਸਾਰਿਆਂ ਵਾਸਤੇ, ਔਰ ਉਹ ਸਮੇਂ ਆਉਣ ਵਾਲਾ ਹੈ। ਯਾਨੀ ਕਿ ਜਦੋਂ ਇੱਕ ਹੀ ਪਾਲਿਸੀ ਹੁੰਦੀ ਹੈ ਅਤੇ ਜਦੋਂ ਵਾਈਫਰਕੇਟ ਕਰ ਜਾਂਦੀਆਂ ਚੀਜ਼ਾਂ, ਆਪਸ ਦੇ ਵਿੱਚ ਦੋ ਫਾੜ ਹੋ ਜਾਂਦੀਆਂ, ਫਿਰ ਦੋ ਪਾਲਿਸੀਜ਼, ਦੋ ਮਾਈਂਡ ਸੈੱਟ ਅਤੇ ਉਸੇ ਤਰ੍ਹਾਂ ਦਾ ਜਿਹੜਾ ਆਵਾਮ ਹੋ ਜਾਂਦਾ ਵੀ ਲੋਕ ਲੜਦੇ ਰਹਿੰਦੇ ਨੇ। ਕੁਛ ਇਸੇ ਤਰ੍ਹਾਂ ਦੀ ਚੀਜ਼ ਜਿਹੜਾ ਉਹ ਆਦਿ ਕਾਲ ਤੋਂ ਬੁੱਧਿਜ਼ਮ ਦੇ ਵਿੱਚ ਵੇਖਣ ਨੂੰ ਆਈ ਸੀ, ਕਿਉਂਕਿ ਬੁੱਧਾ ਦੇ ਟਾਈਮ 'ਤੇ ਇਸ ਤਰ੍ਹਾਂ ਦਾ ਕੁਛ ਨਹੀਂ ਸੀ, ਪਰ ਉਹਨਾਂ ਦੇ ਜਾਣ ਤੋਂ ਕੁਝ ਸਮੇਂ ਬਾਅਦ ਫਿਰ ਉਹਨਾਂ ਦੇ ਜਿਹੜਾ ਇੱਕ ਕਮਿਊਨਿਟੀ ਸੀ ਉਹ ਵਿਨੇ ਪੀਤਕਾਸ ਔਰ ਸੁੱਤ ਪੀਤਕਾਸ ਦੇ ਵਿੱਚ ਡਿਵਾਈਡ ਹੋ ਗਈ। ਖੈਰ, ਜਦੋਂ ਟਰਾਂਸਜੈਂਡਰਸ ਵਾਸਤੇ ਜਾਂ ਤੀਸਰੇ ਵਰਗ ਵਾਸਤੇ ਸਾਡੇ ਕੋਲ ਹੁਣ ਮਾਨਤਾ ਪ੍ਰਾਪਤ ਹੈ ਇਹ ਵਰਗ ਹੈ ਅਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ, ਅਤੇ ਤੁਹਾਨੂੰ ਕਿਉਂ ਲੱਗਿਆ ਵੀ ਆਪਣੇ ਆਪ ਨੂੰ ਇੱਕ ਫੈਮਿਨਾਈਨ ਕੈਟੇਗਰੀ ਦੇ ਵਿੱਚ ਮੈਂ ਬਾਈਂਡ ਕਰਦਾ? ਕਿਉਂ ਤੁਸੀਂ ਸਰਜਰੀ ਵਾਸਤੇ ਸੋਚਿਆ ਔਰ ਇੰਨਾ ਪੇਨਫੁਲ ਪ੍ਰੋਸੀਜਰ? ਇਹ ਜਿਹੜੀ ਚੀਜ਼ਾਂ ਸਿਰਫ ਨੌਕਰੀ ਕਰਨਾ ਜਾਂ ਸਭ ਚੀਜ਼ਾਂ ਨਹੀਂ ਹੈ। ਸੋਸਾਇਟੀ ਵਿੱਚ ਬਹੁਤ ਸਾਰੇ ਸਮਾਜਿਕ ਬਹੁਤ ਸਾਰੇ ਬੈਰੀਅਰਸ ਨੇ ਜੀ, ਅਤੇ ਸਮਾਜਿਕ ਪਹਿਚਾਣ ਦੇ ਨਾਲ ਕਿਉਂਕਿ ਇੰਨਾ ਆਸਾਨ ਨਹੀਂ ਥਰਡ ਜੈਂਡਰ ਨੂੰ ਰਿਕੋਗਨਾਈਜ਼, ਬਾਈਨਰੀ ਵਿੱਚ ਆਉਣਾ। ਕਿਉਂ ਸਮਾਜ ਦੇ ਵਿੱਚ ਲੋਕ ਇਹੀ ਮੰਨਦੇ ਨੇ ਕਿ ਜਿਹੜਾ ਹਿਜੜਾ ਜਾਂ ਖੁਸਰਾ ਹੈ ਉਹ ਅਲੱਗ ਕੈਟੇਗਰੀ, ਉਹਨੂੰ ਰਿਕੋਗਨਾਈਜ਼ ਨਹੀਂ ਕਰਦੇ। ਔਰ ਜੇ ਸਮਾਜ ਵਿੱਚ ਉਹਨੂੰ ਸਾਹਮਣੇ ਦਿਖਦਾ ਵੀ ਹੈ ਤਾਂ ਹਮੇਸ਼ਾ ਮਾਈਂਡ ਸੈੱਟ ਇਹ ਰਹਿੰਦਾ ਕਿ ਔਰਤ ਹੋਏਗੀ, ਹੈ ਨਾ। ਸੋ ਉਹ ਵੀ ਬਹੁਤ ਜ਼ਰੂਰੀ ਹੈ। ਹਰ ਚੀਜ਼ ਤੁਸੀਂ ਦੇਖਦੇ ਹੋ, ਹਾਂ ਮਤਲਬ ਕਿਤੇ ਅਸੀਂ ਜਾਂਦੇ ਹਾਂ ਅਤੇ ਚੈਕਿੰਗ ਹੁੰਦੀ ਹੈ, ਅਤੇ ਚਾਹੇ ਏਅਰਪੋਰਟ 'ਚ ਜਾਣ ਚਾਹੇ ਕਿਤੇ ਵੀ, ਅਤੇ ਮੇਲ ਫੀਮੇਲ ਦੀ ਲਾਈਨਸ ਹੁੰਦੀਆਂ, ਹੋਰ ਤੀਸਰੀ ਲਾਈਨ ਨਹੀਂ ਹੁੰਦੀਆਂ ਜੀ। ਸੋ ਮੈਂ ਵੈਸੇ ਫੋਰਨ ਕੰਟਰੀ ਵੀ ਵਿਜ਼ਿਟ ਕਰਦੀ ਰਹਿੰਦੀ ਹਾਂ ਜੀ। ਚਲੋ ਇੰਡੀਆ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਐਡਜਸਟ ਕਰ ਲਏ, ਲੋਕਾਂ ਨੂੰ ਪਤਾ ਵੀ ਥਰਡ ਜੈਂਡਰ ਦਾ ਟਰਾਂਸਜੈਂਡਰ ਪ੍ਰੋਟੈਕਸ਼ਨ ਬਿੱਲ ਪਾਸ ਹੋਇਆ ਜੀ, ਠੀਕ ਹੈ ਨਾ, ਅਤੇ ਕਾਨੂੰਨ ਸਾਡੇ ਕੋਲ ਹੈਗਾ। ਲੇਕਿਨ ਮਿਡਲ ਈਸਟ ਜਦੋਂ ਅਸੀਂ ਟ੍ਰਾਂਜ਼ਿਟ ਕਰਦੇ ਹਾਂ, ਉੱਧਰੋਂ ਗੁਜ਼ਰਦੇ ਹਾਂ ਜਾਂ ਹੋਰ ਕਿਸੇ ਕੰਟਰੀ ਜਾਂਦੇ ਅਸੀਂ ਐਜ਼ ਏ ਟੂਰਿਸਟ ਜਾਂ ਭਾਵੇਂ ਜੋਬ ਕਰਨ ਵਾਸਤੇ, ਅਤੇ ਥਰਡ ਜੈਂਡਰ ਕਾਲਮ ਜੇ ਸਾਡੇ ਪਾਸਪੋਰਟ ਵਿੱਚ ਲਿਖਿਆ ਹੈ ਉਹ ਰਿਕੋਗਨਾਈਜ਼ ਨਹੀਂ ਹੁੰਦਾ ਜੀ। ਅਤੇ ਉੱਥੇ ਬੜਾ ਓਬਜੈਕਸ਼ਨ ਕਰਦੇ ਵੀ ਇਹ ਕੀ ਚੀਜ਼ ਹੈ, ਏਲੀਅਨਸ ਦੀ ਤਰ੍ਹਾਂ ਦੇਖਦੇ ਸਾਨੂੰ ਜਾਂ ਡਿਫਰੈਂਟ ਵੇ ਨਾਲ ਦੇਖਦੇ ਹੈ। ਜੇ ਫੀਮੇਲ ਲਿਖਿਆ ਅਤੇ ਡਾਕੂਮੈਂਟਸ ਵਿੱਚ ਅਸੀਂ ਭਾਵੇਂ ਕਿਸੇ ਤਰ੍ਹਾਂ ਦੇ ਵੀ ਨਜ਼ਰ ਆਉਣ, ਜੇ ਸਾਡੇ ਡਾਕੂਮੈਂਟਸ ਵਿੱਚ ਫੀਮੇਲ ਹੈ ਜਾਂ ਜਿਹੜੇ ਟਰਾਂਸ ਮੇਲ ਹੈ ਉਹਨਾਂ ਦੇ ਮੇਲ ਲਿਖਿਆ ਹੈ, ਅਤੇ ਉਹ ਸਕੈਨ ਕਰਦੇ ਡਾਕੂਮੈਂਟ ਜਦੋਂ, ਅਤੇ ਉਹ ਐਡਜਸਟ ਹੋ ਜਾਂਦਾ ਹੈ। ਜਦੋਂ ਇੱਕ ਵਾਰੀ ਮੈਂ 2019 ਵਿੱਚ ਯੂਰਪ ਗਈ ਸੀ ਜੀ, ਅਤੇ ਇੰਡੀਅਨ ਏਅਰਪੋਰਟ 'ਚ ਇੰਦਰਾ ਗਾਂਧੀ ਏਅਰਪੋਰਟ ਵਿੱਚ ਮੈਨੂੰ ਰੋਕ ਲਿਆ ਗਿਆ ਸੀ, ਅਤੇ ਉਹ ਕਹਿੰਦੇ ਥਰਡ ਜੈਂਡਰ ਇਹ ਕੀ ਚੀਜ਼ ਹੈ। ਹਾਲਾਂਕਿ ਮੈਂ ਇੰਡੀਆ 'ਚ ਹੀ ਸੀਗੀ ਜੀ। ਸੋ ਮੈਂ ਕਿਹਾ ਮੈਂ ਟਰਾਂਸਜੈਂਡਰ ਹਾਂ। ਕਹਿੰਦੇ
ਹਾਊ ਡੂ ਯੂ ਆਇਡੈਂਟੀਫਾਈ ਯੋਰਸੈਲਫ। ਮੈਂ ਕਿਹਾ ਐਜ਼ ਅ ਵੂਮਨ। ਕਹਿੰਦਾ ਠੀਕ ਹੈ, ਉਹਨਾਂ ਨੇ ਫੀਮੇਲ ਕਰਤੇ हैं। ਜਦੋਂ ਵਾਪਸ ਆਈ ਉਸ ਟਾਈਮ ਵੀ 15-20 ਮਿੰਟ ਖੜੇ ਰੱਖਿਆ ਮੈਨੂੰ। ਅਤੇ ਉਹ ਕਿਉਂਕਿ ਉਹਨਾਂ ਦੇ ਜਿਹੜਾ ਕੰਪਿਊਟਰ ਸੀ ਮੇਲ ਔਰ ਫੀਮੇਲ ਦਾ ਸੀਗਾ, ਸੋ ਮੈਨੂੰ ਕਾਫੀ ਗੁੱਸਾ ਆਇਆ। ਮੈਂ ਕਿਹਾ ਯਾਰ ਮੈਂ ਇੰਡੀਆ 'ਚ ਰਹਿ ਰਹੀ ਹਾਂ ਔਰ ਇੰਡੀਆ ਵਿੱਚ ਇਹ ਸਾਰੀ ਚੀਜ਼ਾਂ ਆਲਰੇਡੀ ਐਗਜ਼ਿਸਟ ਕਰਦੀਆਂ, ਕਾਨੂੰਨ ਬਣਿਆ ਹੈ ਸਾਡੇ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਕਿਹਾ ਇਹ ਗਲਤੀ ਮੇਰੀ ਤਾਂ ਨਹੀਂ ਹੈ ਨਾ, ਮੇਰਾ ਪਾਸਪੋਰਟ ਵਿੱਚ T ਲਿਖਿਆ ਹੋਇਆ, ਸੋ ਇਹ ਤਾਂ ਗਵਰਨਮੈਂਟ ਨੇ ਲਿਖਿਆ ਹੈ। ਕਾਫੀ ਦੇਰ ਮੈਂ ਉਹਨਾਂ ਦੇ ਉਲਝੀ ਰਹੀ। ਫਿਰ ਉਹਨਾਂ ਨੇ ਮੈਨੂੰ ਫੀਮੇਲ ਵਿੱਚ ਕੈਟੇਗਰੀ ਵਿੱਚ ਉਹਨਾਂ ਨੇ ਐਡਜਸਟ ਕੀਤਾ। ਇਸੇ ਤਰ੍ਹਾਂ ਵਿੱਚ ਯੂਰਪ ਗਈ ਮੈਂ, ਅਤੇ ਹੋਰ ਵੀ ਮਿਡਲ ਈਸਟ ਕੰਟਰੀਆਂ 'ਚ ਜਾਂਦੀ ਨਹੀਂ, ਤਾਂ ਉਹਨਾਂ ਨੇ ਵੀ ਜਿੱਥੇ ਜਿੱਥੇ ਉਹ ਏਅਰਪੋਰਟ 'ਚ ਟਰਾਂਸਫਰ ਹੁੰਦੇ ਸੀ ਉੱਥੇ ਵੀ ਪੁੱਛਦੇ ਸੀਗੇ। ਸੋ ਹਰ ਇੱਕ ਜਗ੍ਹਾ ਮੈਨੂੰ ਦੱਸਣਾ ਪੈਂਦਾ ਸੀਗਾ, ਜੇ ਫੀਮੇਲ ਲਿਖਿਆ ਹੁੰਦਾ ਫਿਰ ਕੋਈ ਵੀ ਨਾ ਪੁੱਛਦਾ। ਅਤੇ ਇਹ ਸਮੱਸਿਆ ਜਿਹੜੀ ਆ ਤੁਹਾਨੂੰ ਸਿਰਫ ਮਿਡਲ ਈਸਟ ਕੰਟਰੀਜ਼ ਵਿੱਚ ਆਈ, ਕਿਉਂਕਿ ਜੇ ਹੋਰ ਅਸੀਂ ਡਿਵੈਲਪ ਕੰਟਰੀਜ਼ ਦੀ ਗੱਲ ਕਰਦੇ ਹਾਂ, ਬੇਸ਼ੱਕ ਉਹ ਕੈਨੇਡਾ ਜਾਂ ਅਮਰੀਕਾ, ਕਿ ਉੱਥੇ ਵੀ ਇਸ ਤਰ੍ਹਾਂ ਦਾ ਵਰਤਾਰਾ ਹੈ। ਅਤੇ ਦੂਸਰੀ ਗੱਲ ਇਹਦੇ ਨਾਲ ਜੁੜਦੀ ਕਿ ਜਿਵੇਂ ਹੁਣ ਤੁਸੀਂ ਕਨਵਰਟ ਕਰਾ ਲਿਆ ਆਪਣੇ ਆਪ ਨੂੰ ਇੱਕ ਫੀਮੇਲ ਕੈਟੇਗਰੀ ਦੇ ਵਿੱਚ ਫਿੱਟ ਕਰ ਲਿਆ, ਉੱਦਾਂ ਵੀ ਔਰ ਦੂਸਰੀ ਸਾਈਡ ਤੋਂ ਵੀ, ਤਾਂ ਫਿਰ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਆਪਣੇ ਡਾਕੂਮੈਂਟਸ ਨੇ ਉਹ ਚੇਂਜ ਕਰਾਉਣੇ ਪਏ ਹੋਣਗੇ, ਅਤੇ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਯੂਰਪੀਅਨ ਕੰਟਰੀ 'ਚ ਵੀ ਸੇਮ ਪ੍ਰੋਬਲਮ ਹੈ ਜੀ, ਹੈ ਨਾ, ਚਾਹੇ ਅਸੀਂ ਅਮਰੀਕਨ ਕੌਂਟੀਨੈਂਟ ਵਿੱਚ ਜਾਈਏ ਜਾਂ ਯੂਰਪੀਅਨ ਕੌਂਟੀਨੈਂਟ, ਸਾਰੀ ਜਗ੍ਹਾ ਇੱਕੋ ਹੀ ਤਰ੍ਹਾਂ ਦੀ ਪ੍ਰੋਬਲਮ ਹੈ। ਦੇ ਬਲੀਵ ਦੈਟ ਕਿ 2 ਜੈਂਡਰ ਹੁੰਦੇ ਹੈ, ਤੀਸਰਾ ਜੈਂਡਰ ਠੀਕ ਹੈ ਐਕਸੈਪਟ ਕਰਦੇ ਹੈ, ਬਟ ਉਹ ਪਰਸਨਲੀ ਐਕਸੈਪਟ ਨਹੀਂ ਕਰਦੇ ਹੈ। ਉਹਨਾਂ ਦੀ ਕਾਨੂੰਨ ਵਿੱਚ ਤਾਂ ਹੈਗਾ ਠੀਕ ਹੈ ਸਾਰਿਆਂ ਨੂੰ, ਲੇਕਿਨ ਜਦੋਂ ਮੇਲ ਫੀਮੇਲ ਕੈਟੇਗਰੀ ਆਉਂਦੀ ਹੈ ਨਾ, ਜਦੋਂ ਪਾਸਪੋਰਟ ਜਾਂ ਹੋਰ ਕੋਈ ਡਾਕੂਮੈਂਟਸ ਹੁੰਦੇ ਅਤੇ ਟਰਾਂਸਜੈਂਡਰ ਵਾਸਤੇ ਬੜੀ ਦਿੱਕਤ ਹੁੰਦੀ ਹੈ। ਜਿਸ ਤਰ੍ਹਾਂ ਅਮਰੀਕਾ 'ਚ US ਵਿੱਚ ਵਾਸ਼ਰੂਮ ਦੀ ਪ੍ਰੋਬਲਮ ਹੋਈ ਸੀਗੀ ਕਿ ਟਰਾਂਸਜੈਂਡਰ ਜਿਹੜੇ ਹੈ ਜਿਨ੍ਹਾਂ ਦੀ ਸਰਜਰੀ ਨਹੀਂ ਹੋਈ ਉਹ ਫੀਮੇਲ 'ਚ ਕਿਉਂ ਜਾਣਗੇ। ਲੋਕਾਂ ਨੇ ਓਬਜੈਕਸ਼ਨ ਕੀਤਾ ਵੀ ਫੀਮੇਲ 'ਚ ਅਸੀਂ ਅਲਾਊਡ ਨਹੀਂ ਕਰਾਂਗੇ ਜੀ, ਅਤੇ ਉਹ ਮੇਲ 'ਚ ਵੀ ਨਹੀਂ ਜਾ ਸਕਦੇ। ਫਿਰ ਜਾਣ ਕਿੱਥੇ, ਜੈਂਡਰ ਨਿਊਟਰਲ ਵਾਸ਼ਰੂਮ ਬਣਾਉਣ। ਜੇ ਜੈਂਡਰ ਨਿਊਟਰਲ ਵਾਸ਼ਰੂਮ ਬਣਾਉਂਦੇ ਹੈ ਫਿਰ ਉਹਦੇ ਵਿੱਚ ਸਾਰੇ ਲੋਕ ਜਾਂਦੇ, ਜੈਂਡਰ ਨਿਊਟਰਲ ਮਤਲਬ ਕੋਈ ਵੀ ਜਾਏ। ਸੋ ਇਹ ਸਾਰੀ ਚੀਜ਼ਾਂ ਨਾ ਦਿੱਕਤ ਤਾਂ ਕਾਫੀ ਸਾਰੀਆਂ ਹੈ, ਬਟ ਹਜੇ ਕਾਫੀ ਸਾਰੀ ਚੇਂਜਿਸ ਹੋ ਰਹੀਆਂ ਹੌਲੀ ਹੌਲੀ। ਜੌਬਸ ਵਿੱਚ ਵੀ ਜਿਸ ਤਰ੍ਹਾਂ ਹੁਣ ਪੰਜਾਬ ਪੁਲਿਸ ਹੋ ਗਈ, ਭਾਵੇਂ ਚੰਡੀਗੜ੍ਹ ਪੁਲਿਸ ਹੋ ਗਈ, ਜਾਂ ਚੰਡੀਗੜ੍ਹ ਟਰਾਂਸਪੋਰਟ ਦਾ ਹੈਗਾ, ਜੌਬਸ ਨਿਕਲੇ 3rd ਜੈਂਡਰ ਕਾਲਮ ਨਹੀਂ। ਅੱਜ ਵੀ ਮੈਂ ਦੇਖ ਰਹੀ ਸੀਗੀ ਟਵਿੱਟਰ 'ਚ, ਉਹਨਾਂ ਚੰਡੀਗੜ੍ਹ ਪੁਲਿਸ ਨੇ ਆਪਣਾ ਜੌਬ ਕੱਢੀਆਂ, ਮੇਲ ਔਰ ਫੀਮੇਲ ਸੀਗਾ, ਔਰ ਹਾਈ ਕੋਰਟ ਦੇ ਡਾਇਰੈਕਸ਼ਨ ਦੇ ਬਾਵਜੂਦ ਨਹੀਂ ਹੋ ਰਿਹਾ ਜੀ ਸਾਰੀ ਚੀਜ਼ਾਂ। ਅਤੇ ਬਹੁਤ ਸਾਰੀ ਹਜੇ ਕਾਫੀ ਸਟਰਗਲ ਹੈ। ਔਰ ਮਰਦੇ ਦਮ ਤੱਕ ਤੁਸੀਂ ਡਾਕੂਮੈਂਟ ਦੀ ਗੱਲ ਪੁੱਛ ਰਹੇ ਸੀਗੇ, ਡਾਕੂਮੈਂਟਸ ਤਾਂ ਸਾਡੇ ਮਤਲਬ ਤਾਂ ਉਮਰ ਮੈਨੂੰ ਲੱਗਦਾ ਨਹੀਂ ਕਿ ਕਦੋਂ ਖ਼ਤਮ ਹੋਣਗੇ ਸਾਰੇ ਡਾਕੂਮੈਂਟ ਚੇਂਜ। ਅਤੇ ਜਦੋਂ ਅਸੀਂ ਮੇਰੇ ਡਾਕੂਮੈਂਟ ਬਹੁਤ ਪੁਰਾਣੇ ਨੇ ਜੀ, 85-86 ਤੇ ਹੈ। ਸੋ ਮੈਂ ਉਸ ਸਮੇਂ ਤੋਂ ਸ਼ੁਰੂ, ਹਜੇ ਮੈਂ ਉਹ ਡਾਕੂਮੈਂਟ ਛੇੜੇ ਨਹੀਂ, ਬਿਲਕੁਲ ਚੇਂਜ ਨਹੀਂ। ਮੇਰਾ ਸਿਰਫ ਆਧਾਰ ਕਾਰਡ, ਵੋਟਰ ਕਾਰਡ, ਪਾਸਪੋਰਟ, ਰਾਸ਼ਨ ਕਾਰਡ, ਇੱਦਾਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਉਹ ਚੇਂਜ ਹੋਈ। ਮੇਰੇ ਜਿਹੜੇ ਕੁਆਲੀਫਿਕੇਸ਼ਨ ਵਾਲੇ ਡਾਕੂਮੈਂਟ ਐਜ਼ ਇਟ ਇਜ਼ ਸੇਮ ਉੱਦਾਂ ਦੇ ਹੁੰਦੇ ਹੈ ਜੀ। ਉਹਨਾਂ ਨੂੰ ਚੇਂਜ ਕਰਨਾ ਮਤਲਬ ਬਹੁਤ ਮੁਸ਼ਕਿਲ ਹੈ, ਕਿਉਂਕਿ ਉਸ ਸਮੇਂ ਦੇ ਡਾਕੂਮੈਂਟਸ ਉਹਨਾਂ ਨੂੰ ਲੱਭਣੇ ਪੈਣੇ 85-84 ਦੇ। ਉਸ ਤੋਂ ਬਾਅਦ ਮੇਰਾ ਜਿਹੜਾ CBSE ਦਾ ਬੋਰਡ ਸੀਗਾ ਉਸ ਸਮੇਂ ਅਜਮੇਰ 'ਚ ਸੀਗਾ 88 ਵਿੱਚ ਜੀ, ਅਤੇ ਬਹੁਤ ਲੰਬਾ ਮਤਲਬ ਹੈਗਾ। ਅਤੇ ਉਹ ਕਹਿੰਦੇ ਵੀ ਤੁਸੀਂ ਹਾਈ ਕੋਰਟ ਜਾਓ ਅਤੇ ਹਾਈ ਕੋਰਟ ਸਾਨੂੰ ਡਾਇਰੈਕਸ਼ਨ ਦੇਗਾ, ਫਿਰ ਅਸੀਂ ਚੇਂਜ ਕਰ ਦਾਂਗੇ। ਸੋ ਲੰਬਾ ਪ੍ਰੋਸੈਸ ਹੈ। ਉਸ ਤੋਂ ਬਾਅਦ ਯੂਨੀਵਰਸਿਟੀਜ਼, ਅਸੀਂ ਪੰਜਾਬ ਬੋਰਡ ਵਿੱਚ, ਮੇਰਾ +1+2 ਪੰਜਾਬ ਬੋਰਡ ਵਿੱਚੋਂ ਹੋਇਆ ਜੀ। ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਵਿੱਚ ਜਾਣਾ ਹੈ, ਅਤੇ ਕਾਫੀ ਲੰਬੀ ਚੀਜ਼। ਹਾਲਾਂਕਿ ਜਿਹੜੇ ਅਨਪੜ੍ਹ ਲੋਕ ਹੈ ਨਾ, ਉਹਨਾਂ ਨੂੰ ਕੋਈ ਦਿੱਕਤ ਨਹੀਂ ਇੱਦਾਂ ਦੇ ਡਾਕੂਮੈਂਟ, ਕਿਉਂਕਿ ਉਹਨਾਂ ਨੇ ਡਾਕੂਮੈਂਟ ਚੇਂਜ ਹੀ ਨਹੀਂ ਕਰਨੇ। ਉਹਨਾਂ ਨੇ ਸਿਰਫ ਆਧਾਰ ਕਾਰਡ, ਵੋਟਰ ਕਾਰਡ ਜਿਹੜੇ ਮੇਰੇ ਚੇਂਜ ਹੋ ਗਏ, ਇਸੇ ਤਰ੍ਹਾਂ ਉਹਨਾਂ ਦਾ। ਸੋ ਇਹ ਡਿਫਿਕਲਟੀਜ਼ ਬਹੁਤ ਜ਼ਿਆਦਾ ਹੈ ਪੜ੍ਹੇ ਲਿਖੇ ਵਾਸਤੇ, ਅਤੇ ਰਿਸਕ ਉਠਾਉਣਾ ਔਰ ਮੇਲ ਟੂ ਫੀਮੇਲ ਡਾਕੂਮੈਂਟ ਕਰਨਾ। ਜੇ ਬਾਈ ਚਾਂਸ ਕਿਸੇ ਨੇ ਮੇਲ ਸਕੂਲ ਵਿੱਚ ਪੜ੍ਹਿਆ ਬॉयज़ ਦੇ ਜਾਂ ਫੀਮੇਲ, ਜਿਸ ਤਰ੍ਹਾਂ ਮੇਰਾ ਪਾਰਟਨਰ ਹੈ ਟਰਾਂਸਮੈਨ ਹੈ, ਸੋ ਉਹਦਾ ਜਨਮ ਤਾਂ ਫੀਮੇਲ ਦੇ ਸਰੀਰ 'ਚ ਹੋਇਆ, ਲੇਕਿਨ ਉਹ ਬਚਪਨ ਤੋਂ ਆਪਣੇ ਆਪ ਨੂੰ ਲੜਕਾ ਹੀ ਉਹਨੇ ਆਪਣੇ ਆਪ ਨੂੰ ਮੰਨਿਆ। ਉਹਦੀ ਸਾਰੀ ਐਜੂਕੇਸ਼ਨ ਫੀਮੇਲ ਸਕੂਲ ਵਿੱਚ ਹੋਈ ਹੈ ਜੀ। ਸੋ
ਤੁਸੀਂ ਸੋਚੋ ਚਲੋ ਠੀਕ ਹੈ ਐਜੂਕੇਸ਼ਨਲ ਡਾਕੂਮੈਂਟਸ ਚੇਂਜ ਹੋ ਵੀ ਜਾਣ ਲੇਕਿਨ ਜਿਹੜੇ ਸਪੋਰਟਸ ਤੇ ਹੈ ਉਹਨੇ ਜਿਹੜੀ ਕੈਟਾਗਰੀ ਵਿੱਚ ਖੇਡ ਲਿਆ ਹੈ ਫੀਮੇਲ ਦੇ ਨਾਲ ਹੈ ਨਾ ਸੋ ਉਹ ਚੇਂਜ ਨਹੀਂ ਹੁੰਦੇ ਕਿ ਬਹੁਤ ਸਾਰੀਆਂ ਮੁਸ਼ਕਿਲਾਂ ਦਰਪੇਸ਼ ਆਉਂਦੀਆਂ ਨੇ ਧਨੰਜੇ ਜਿਵੇਂ ਇੱਕ ਆਮ ਇਨਸਾਨ ਹੈ ਉਸ ਵਾਸਤੇ ਜ਼ਿੰਦਗੀ ਇੱਕ ਮੁਸ਼ਕਿਲਾਂ ਦਾ ਪਹਾੜ ਹੈ ਉਹ ਪਹਿਲਾਂ ਪੜ੍ਹਦਾ ਫਿਰ ਜੌਬ ਵਾਸਤੇ ਸਟਰਗਲ ਕਰਦਾ ਫਿਰ ਅੱਗੇ ਵੀ ਤਾਂ ਉਮਰ ਜਿਹੜੀਆਂ ਸਟਰਗਲਸ ਹੈ ਉਹ ਚੱਲਦੀਆਂ ਹੀ ਰਹਿੰਦੀਆਂ ਨੇ ਪਰ ਇਹਨਾਂ ਸਾਰੀਆਂ ਸਟਰਗਲਸ ਤੋਂ ਇਲਾਵਾ ਥਰਡ ਜੈਂਡਰਸ ਵਾਸਤੇ ਹੋਰ ਬੜੇ ਵੱਡੇ ਸਟਰਗਲਸ ਦੇ ਪਹਾੜ ਨੇ ਹੁਣ ਇਟਸ ਬੀਨ ਸੋ ਮੈਨੀ ਈਅਰਸ ਕਿ ਤੁਸੀਂ ਵੀ ਲਗਾਤਾਰ ਸਟਰਗਲ ਕਰ ਰਹੇ ਹੋ ਆਪਣੇ ਵਾਸਤੇ ਆਪਣੀ ਕਮਿਊਨਿਟੀ ਵਾਸਤੇ ਪੰਜਾਬ ਯੂਨੀਵਰਸਿਟੀ ਜਿਹੜਾ ਵਾਸ਼ਰੂਮਸ ਦਾ ਕਨਸੈਪਟ ਤੁਸੀਂ ਸ਼ੁਰੂ ਕੀਤਾ ਪਰ ਬਾਵਜੂਦ ਇਸ ਦੇ ਸਟਰਗਲ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹਾਲੇ ਵੀ ਟਰਾਂਸਜੈਂਡਰਸ ਜਿਹੜੇ ਨੇ ਉਹ ਸੋਚ ਰਹੇ ਵੀ ਉਹ ਆਪਣੇ ਬਲਬੂਤੇ ਤੇ ਹੀ ਕੁਝ ਕਰਨ ਜਿਵੇਂ ਫੂਡ ਟਰੱਕ ਦਾ ਜਿਹੜਾ ਕਨਸੈਪਟ ਸੀ ਉਹ ਤੁਹਾਡਾ ਬੜਾ ਕਮਾਲ ਦਾ ਸੀ ਔਰ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਦੀ ਹੈ ਕਿ ਧਨੰਜੇ ਹੋਰਾਂ ਨੇ ਇੱਕ ਕਮਾਲ ਦਾ ਇਨੀਸ਼ੀਏਟਿਵ ਲਿਆ ਹੈ ਕਿ ਇਸ ਤਰ੍ਹਾਂ ਦਾ ਫੂਡ ਟਰੱਕ ਇਹ ਇੰਸਟਾਲ ਕਰਨ ਦਾ ਸੋਚ ਰਹੇ ਨੇ ਟਰਾਈ ਸਿਟੀ ਦੇ ਵਿੱਚ ਉਸ ਨੂੰ ਕਿਸੇ ਵੀ ਜਗ੍ਹਾ ਪੋਜੀਸ਼ਨ ਕੀਤਾ ਜਾਏਗਾ ਔਰ ਉਸ ਦੇ ਜਿਹੜਾ ਨੀਚੇ ਵਾਲੀ ਮੰਜ਼ਿਲ ਹੈ ਉਸ ਟਰੱਕ ਵਿੱਚ ਉੱਥੇ ਖਾਣ ਪੀਣ ਦਾ ਸਮਾਨ ਜਿਹੜਾ ਉਹ ਟਰਾਂਸਜੈਂਡਰਸ ਵੱਲੋਂ ਸੇਲ ਕੀਤਾ ਜਾਏਗਾ ਔਰ ਪਲੱਸ ਉਹਦੀ ਉੱਪਰਲੀ ਮੰਜ਼ਿਲ 'ਤੇ ਕੰਪਿਊਟਰਸ ਵਗੈਰਾ ਲਗਾ ਕੇ ਟਰਾਂਸ ਕਮਿਊਨਿਟੀ ਵਾਸਤੇ ਜਿਹੜਾ ਯੋਗਦਾਨ ਪਾਉਣ ਦੀ ਉਹ ਕੋਸ਼ਿਸ਼ ਕੀਤੀ ਜਾਏਗੀ ਸੋ ਇੱਕ ਬੜਾ ਕਮਾਲ ਦਾ ਇਨੀਸ਼ੀਏਟਿਵ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਵਾਸਤੇ ਇਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਕਨਸੈਪਟ ਕੀ ਹੈ ਮੈਂ ਜਾਣਨਾ ਚਾਹੂੰਗੀ ਦੇਖੋ ਇਹ ਜਿਹੜਾ ਕਨਸੈਪਟ ਸੀਗਾ 1.5-2 ਸਾਲ ਪਹਿਲੇ ਸ਼ੁਰੂ ਹੋਇਆ ਮੇਰੇ ਦਿਮਾਗ 'ਚ ਇਹ ਸੀਗਾ ਕਿ ਅਸੀਂ ਖਾਣਾ ਤਾਂ ਵੇਚਾਂਗੇ ਜੀ ਕਿਉਂਕਿ ਕਾਫੀ ਸਾਰੇ ਟਰਾਂਸਜੈਂਡਰ ਜਿਹੜੇ ਅਨਪੜ੍ਹ ਨੇ ਔਰ ਕੁਝ ਜਿਹੜੇ ਟਰਾਂਸਜੈਂਡਰ ਨੇ ਜਿਨ੍ਹਾਂ ਨੇ HM ਕੀਤਾ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੈ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਜਾਂ ਜੌਬਸ ਮਿਲਦੀ ਵੀ ਹੈ ਅਤੇ ਉਹ ਜਿਸ ਕੈਟੇਗਰੀ ਵਿੱਚ ਫਾਲ ਕਰਦੇ ਨੇ ਜਿਸ ਤਰ੍ਹਾਂ ਇੱਕ ਟਰਾਂਸਮੈਨ ਨੇ ਸਾਡੇ ਉਹਨੇ HM ਕੀਤਾ ਹੈ ਲੇਕਿਨ ਕੋਈ ਵੀ ਹੋਟਲ ਵਾਲਾ ਉਹਨੂੰ ਲੈ ਨਹੀਂ ਰਿਹਾ ਜੀ ਸੋ ਮੈਂ ਇਹ ਜਿਹੜਾ ਕਨਸੈਪਟ ਇਹ ਸੋਚ ਕੇ ਕੀਤਾ ਕਿ ਅਸੀਂ 5-7 ਜਿਹੜੇ ਹੈ ਟਰਾਂਸਜੈਂਡਰ ਹੈ ਮਿਲ ਕੇ ਇੱਕ ਫੂਡ ਟਰੱਕ ਚਲਾਵਾਂਗੇ ਜਿਹਦੇ ਵਿੱਚ ਅਸੀਂ ਖਾਣਾ ਵੇਚਾਂਗੇ ਜੀ ਸੋ ਨਾਲ ਅਸੀਂ ਫਸਟ ਫਲੋਰ ਜਿਹੜੇ ਗਰਾਊਂਡ ਫਲੋਰ 'ਤੇ ਅਸੀਂ ਖਾਣਾ ਵੇਚਾਂਗੇ ਅਤੇ ਉੱਪਰ ਟੌਪ ਫਲੋਰ 'ਚ ਅਸੀਂ ਇੱਕ ਕੰਪਿਊਟਰ ਵਗੈਰਾ ਲਗਾ ਕੇ ਲੈਪਟਾਪ ਵਗੈਰਾ ਸਾਡੇ ਕੋਲ ਹੈਗਾ ਹੀ ਹੈ ਐਂਡ ਪ੍ਰਿੰਟਰ ਸਕੈਨਰ ਸੋ ਅਸੀਂ ਉਹਦੇ ਵਿੱਚ ਗਵਰਨਮੈਂਟ ਦੀ ਜਿੰਨੇ ਵੀ ਪੋਲਿਸੀਜ਼ ਨੇ ਜਾਂ ਹੋਰ ਵੀ ਸਕੀਮਸ ਨੇ ਉਹ ਸਾਰੀ ਟਰਾਂਸਜੈਂਡਰ ਪ੍ਰੋਵਾਈਡ ਕਰਾਂਗੇ ਕਿਉਂਕਿ ਕਾਫੀ ਲੋਕਾਂ ਕੋਲ ਆਧਾਰ ਕਾਰਡ ਵੋਟਰ ਕਾਰਡ ਜਾਂ ਹੋਰ ਵੀ ਡਾਕੂਮੈਂਟਸ ਆਇਡੈਂਟੀਟੀ ਕਾਰਡਸ ਹੈ TG ਕਾਰਡ ਹੈ ਉਹ ਨਹੀਂ ਹੈਗੇ ਜਾਂ ਉਹਨਾਂ ਨੂੰ ਠੀਕ ਕਰਾਉਣ ਦਾ ਉਹਨਾਂ ਕੋਲ ਕੋਈ ਵੀ ਸਾਧਨ ਇੱਦਾਂ ਦਾ ਨਹੀਂ ਹੈਗਾ ਪੈਸੇ ਨਹੀਂ ਹੁੰਦੇ ਕਈ ਵਾਰੀ ਜਾਂ ਜਿੱਥੇ ਜਾਂਦੇ ਆ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈ ਜਿੱਥੇ ਸਾਈਬਰ ਕੈਫੇ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਅਸੀਂ ਅਪਲਾਈ ਕਰੀਏ ਸੋ ਅਸੀਂ ਉੱਥੇ ਹੈਲਪ ਡੈਸਕ ਬਣਾਵਾਂਗੇ ਉੱਪਰ ਤਾਂ ਕਿ ਕੋਈ ਵੀ ਟਰਾਂਸਜੈਂਡਰ ਜਿਨ੍ਹਾਂ ਨੂੰ ਉਹ ਸਰਵਿਸਿਜ਼ ਦੀ ਲੋੜ ਹੈਗੀ ਹੈ ਉਹ ਅਸੀਂ ਪ੍ਰੋਵਾਈਡ ਕਰਾਂਗੇ ਜਾਂ ਹੋਰ ਵੀ ਗਵਰਨਮੈਂਟ ਦੇ ਨਾਲ ਮਿਲ ਕੇ ਸੋਸ਼ਲ ਸਕੀਮਸ ਨੇ ਉਹ ਸਾਰੀ ਲਿਸਟ ਰੱਖਾਂਗੇ ਔਰ ਜੋ ਵੀ ਸੋਸ਼ਲ ਸਕੀਮਸ ਉਹ ਲੈਣਾ ਚਾਹੁੰਦੇ ਹੈ ਚਾਹੇ ਲੋਨ ਹੋਵੇ ਭਾਵੇਂ ਉਹ ਸਕਿੱਲ ਡਿਵੈਲਪਮੈਂਟ ਦਾ ਕੋਰਸ ਕਰਨਾ ਚਾਹੁੰਦੇ ਹੈ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਅਤੇ ਕਈ ਵਾਰੀ ਕੀ ਹੁੰਦਾ ਕਿ ਟਰਾਂਸਜੈਂਡਰ ਜੈਂਡਰ ਡਿਸਫੋਰੀਆ ਦਾ ਸ਼ਿਕਾਰ ਹੁੰਦੇ ਹੈ ਕਾਉਂਸਲਿੰਗ ਉਹਨਾਂ ਨੂੰ ਜ਼ਰੂਰਤ ਹੈਗੀ ਮੈਂਟਲ ਡਿਪਰੈਸ਼ਨ 'ਚ ਹੈਗੇ ਉਹ ਵੀ ਅਸੀਂ ਮੰਥ ਵਿੱਚ ਜਾਂ 15 ਦਿਨ ਵਿੱਚ ਡਾਕਟਰ ਜਿਹੜੇ ਹੈ ਸਾਈਕੈਟਰਿਸਟ ਹੈ ਜਾਂ ਐਂਡੋਕ੍ਰਿਨੋਲੋਜਿਸਟ ਹੈ ਜਾਂ ਸਰਜਨ ਹੈ ਉਹ ਅਸੀਂ ਟਾਈਮ ਉੱਥੇ ਬੁਲਾਉਂਦੇ ਰਹਾਂਗੇ ਲੋਕਾਂ ਕੋਲ ਅਸੀਂ ਆਪਣੇ ਟਰਾਂਸਜੈਂਡਰ ਭੈਣ ਭਰਾਵਾਂ ਨੂੰ ਅਸੀਂ ਮੈਸੇਜ ਭੇਜਾਂਗੇ ਅਤੇ ਉਹਨਾਂ ਨੂੰ ਇਨਵਾਈਟ ਕਰਾਂਗੇ ਉੱਥੇ ਨਾਲ ਅਸੀਂ ਫੂਡ ਵੀ ਸੇਲ ਕਰਾਂਗੇ ਇਹ ਦੋ ਚੀਜ਼ਾਂ ਨਾਲ ਚੱਲਾਂਗੇ ਇੱਕ ਅਵੇਅਰਨੈਸ ਵੀ ਹੈ ਅਤੇ ਫੂਡ ਦਾ ਅਸੀਂ ਕੰਮ ਮਤਲਬ ਸੇਲ ਵੀ ਕਰਾਂਗੇ ਤੀਸਰਾ ਇਹ ਕਿ ਅਸੀਂ ਟਰਾਂਸਜੈਂਡਰ ਵਾਸਤੇ ਹੈਲਪ ਡੈਸਕ ਵੀ ਰੱਖਾਂਗੇ ਜੀ ਇਸ ਵਿੱਚ ਗਵਰਨਮੈਂਟ ਪੋਲਿਸੀਜ਼ ਦਾ ਅਹਿਮ ਯੋਗਦਾਨ ਹੈ ਜੇ ਉਸ ਕਿਸਮ ਦੀਆਂ ਪੋਲਿਸੀਜ਼ ਹੋਣ ਅਤੇ ਉੱਥੇ ਸਿਗਨੇਚਰਸ ਨੇ ਬੜੇ ਆਸਾਨੀ ਦੇ ਨਾਲ ਹੋ ਜਾਂਦੇ ਹੈ ਪਰ ਇੱਦਾਂ ਦੀਆਂ ਮੁਸ਼ਕਿਲਾਂ ਵੀ ਆਉਂਦੀਆਂ ਨੇ ਆਉਂਦੀਆਂ ਨੇ ਇਸ ਤੋਂ ਇਲਾਵਾ ਜਦੋਂ ਅਸੀਂ ਸਟਰਗਲਸ ਦੀ ਗੱਲ ਕਰਦੇ ਹਾਂ ਬੇਸ਼ੱਕ ਉਹ ਸਿਆਸੀ ਗਲਿਆਰਿਆਂ ਤੋਂ ਹੈਲਪ ਦੀ ਜ਼ਰੂਰਤ ਹੈ ਬੇਸ਼ੱਕ ਦੁਨੀਆ ਵੱਲੋਂ ਕੀਤੀ ਜਾ ਰਹੀ ਅਨਨੈਸੈਸਰਲੀ ਸੈਕਸ਼ੂਅਲ ਮੋਲੈਸਟੇਸ਼ਨ ਹੈ ਤਾਂ ਇਸ
ਤੋਂ ਬਚਣ ਵਾਸਤੇ ਫਿਰ ਕਈ ਟਰਾਂਸ ਜਿਹੜੇ ਨੇ ਉਹ ਦੁਬਾਰਾ ਹੀ ਵਧਾਈ ਕਲਚਰ ਵੱਲ ਨੂੰ ਆਪਣਾ ਰੁਖ ਕਰਦੇ ਆ, ਕਿਉਂਕਿ ਹੋਰ ਕੁਝ ਹੋਵੇ ਨਾ ਹੋਵੇ ਤੁਹਾਨੂੰ ਖਾਣ ਲਈ ਰੋਟੀ ਤਾਂ ਚਾਹੀਦੀ ਹੈ। बिल्कुल देखो ये फूड ट्रक वाला भी दोबारा मैं कहूँगी कि आयुष्मान खुराना जी हैं, बहुत फेमस एक्टर भी हैं, सिंगर ने बॉलीवुड ਦੇ, ਉਹਨਾਂ ਨੇ ਸਾਨੂੰ ਇਹ ਫੂਡ ਟਰੱਕ ਜਿਹੜਾ ਹੈ ਡੋਨੇਟ ਕੀਤਾ ਹੈਗਾ। ਉਹ ਹਜੇ ਵੀ 1.5 ਮਹੀਨੇ 2 ਮਹੀਨੇ ਤੋਂ ਅਸੀਂ ਵੈਸੇ ਹੀ ਖੜਾ ਰੱਖਿਆ ਹੈਗਾ, ਬਾਰਿਸ਼ਾਂ 'ਚ ਖਰਾਬ ਹੋ ਰਿਹਾ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਿਹੜੀ ਸੈਕਸ਼ੁਅਲ ਮੋਲੈਸਟੇਸ਼ਨ ਹੈ, ਹੋਰ ਵੀ ਜਿੱਥੇ ਵੀ ਅਸੀਂ ਜਾਂਦੇ ਜੌਬ ਕਰਨ ਜਾਂ ਕੋਸ਼ਿਸ਼ ਕਰਦੇ, ਚਲੋ ਛੋਟੀ ਮੋਟੀ ਜੌਬ ਵੀ ਮਿਲਦੀ, ਕਈ ਬੱਚਿਆਂ ਨੂੰ ਮਿਲੀ ਵੀ ਹੈ ਜੌਬਸ, ਲੇਕਿਨ ਉੱਥੇ ਸੈਕਸ਼ੁਅਲ ਐਕਸਪਲੋਇਟੇਸ਼ਨ ਹੁੰਦੀ ਹੈ, ਹੈਰਾਸਮੈਂਟ ਹੁੰਦੀ ਹੈ, ਔਰ ਟਰਾਂਸਜੈਂਡਰ ਕਿਸੇ ਨੂੰ ਦੱਸ ਨਹੀਂ ਸਕਦੇ ਹੈ। ਸੋ ਅਸੀਂ ਜਦੋਂ ਅਸੀਂ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ ਤੇ ਪ੍ਰੋਟੈਕਸ਼ਨ ਕੋਈ ਹੈ ਨਹੀਂ, ਮਤਲਬ ਚਾਹੇ ਕੋਈ ਵੀ ਸਟੇਟ ਜਿਸ ਤਰ੍ਹਾਂ ਪੰਜਾਬ 'ਚ ਜਾਂ ਹਰਿਆਣਾ 'ਚ, ਚੰਡੀਗੜ੍ਹ ਵਿੱਚ ਕੋਈ ਪ੍ਰੋਟੈਕਸ਼ਨ ਨਹੀਂ ਹੈ। ਅਸੀਂ ਕਿਸ ਕੋਲ ਜਾਈਏ, ਕੋਈ ਕੰਪਲੇਂਟ ਸਾਡੀ ਰਿਸੀਵ ਕਰਨ ਵਾਲਾ ਕੋਈ ਨਹੀਂ, ਸਾਡੀ ਗੱਲ ਸੁਣਨ ਵਾਲਾ ਕੋਈ ਨਹੀਂ, ਸਾਨੂੰ ਹੈਲਪ ਕਰਨ ਵਾਲਾ ਕੋਈ ਨਹੀਂ। ਸੋ ਮੈਂ ਪਿਛਲੇ 4-5 ਮਹੀਨੇ ਪਹਿਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਦਰਖਾਸਤ ਲਗਾਈ ਸੀ PIL ਤੇ ਪ੍ਰੋਟੈਕਸ਼ਨ ਸੈੱਲ ਬਣਾਉਣ ਵਾਸਤੇ ਮਤਲਬ ਅਰਜੀ ਪਾਈ ਸੀਗੀ ਪੰਜਾਬ 'ਚ, ਹਰਿਆਣਾ 'ਚ ਤੇ ਚੰਡੀਗੜ੍ਹ ਵਿੱਚ। ਸੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ, ਇੱਕ ਜਜਮੈਂਟ ਦਿੱਤੀ ਤੇ ਤਿੰਨਾਂ ਨੂੰ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਜਲਦ ਤੋਂ ਜਲਦ ਪ੍ਰੋਟੈਕਸ਼ਨ ਸੈੱਲ ਬਣਾਉਣ ਵਾਸਤੇ ਕਿਹਾ ਸੀਗਾ। ਸੋ ਪੰਜਾਬ ਤਾਂ ਸ਼ੁਰੂ ਕਰ ਰਹੀ ਹੈ ਜੀ। ਪੰਜਾਬ ਨੇ ਇੱਕ ਨੋਟੀਫਿਕੇਸ਼ਨ ਵੀ ਕੱਢ ਦਿੱਤਾ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ, ਜਿਸ ਵਿੱਚ ਸਟੇਟ ਵਿੱਚ ਇੱਕ ਪ੍ਰੋਟੈਕਸ਼ਨ ਸੈੱਲ ਬਣੇਗਾ ਤੇ ਡਿਸਟ੍ਰਿਕਟ ਲੈਵਲ ਤੇ ਬਣਨਗੇ। ਹਰਿਆਣਾ ਨੇ ਹਜੇ ਨਹੀਂ ਕੀਤਾ, ਚੰਡੀਗੜ੍ਹ ਨੇ ਵੀ ਨਹੀਂ ਕੀਤਾ ਹਜੇ। ਸੋ ਜਿਹੜੀ ਪ੍ਰੋਟੈਕਸ਼ਨ ਸੈੱਲ ਹੈ, ਸਾਨੂੰ ਇਸ ਕਰਕੇ ਲੋੜ ਹੈ ਕਿ ਸਾਡੇ ਨਾਲ ਕੋਈ ਵੀ ਆਫਿਸ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਹਰੈਸਮੈਂਟ ਹੁੰਦੀ, ਸੈਕਸ਼ੁਅਲ ਅਬਿਊਜ਼ ਜਾਂ ਸੈਕਸ਼ੁਅਲ ਮੋਲੈਸਟੇਸ਼ਨ ਹੁੰਦਾ, ਅਸੀਂ ਕੰਪਲੇਨ ਕਰ ਸਕਦੇ ਹਾਂ, ਸਾਡੀ ਗੱਲ ਸੁਣਨਗੇ, ਕਿਉਂਕਿ ਉਸ ਪ੍ਰੋਟੈਕਸ਼ਨ ਸੈੱਲ ਵਿੱਚ 2 ਟਰਾਂਸਜੈਂਡਰ ਵੀ ਰਹਿਣਗੇ ਜੀ ਪੁਲਿਸ ਦੇ ਨਾਲ। ਸੋ ਇਹ ਹੋਣਾ ਜ਼ਰੂਰੀ ਹੈ ਔਰ ਸਾਨੂੰ ਮਤਲਬ ਲੱਗਣਾ ਚਾਹੀਦਾ ਕਿ ਸਾਡੀ ਗੱਲ ਸੁਣਨ ਵਾਸਤੇ ਸਾਡੇ ਲੋਕ ਵੀ ਹੈਗੇ ਹੈ, ਕਿਉਂਕਿ ਦੂਸਰੇ ਇਨਸਾਨ ਨੂੰ ਉਹ ਗੱਲ ਸਮਝ ਨਹੀਂ ਆਏਗੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਜੀ। ਸੈਕਸ਼ੁਅਲ ਐਕਸਪਲੋਇਟੇਸ਼ਨ ਤਾਂ ਘਰ 'ਚ ਵੀ ਹੁੰਦੀ, ਡੋਮੈਸਟਿਕ ਵੀ ਹੁੰਦੀ ਹੈ, ਬਾਹਰ ਵੀ ਹੁੰਦੀ ਹੈ, ਜੋ ਕਿ ਅਸੀਂ ਦੱਸ ਨਹੀਂ ਸਕਦੇ ਹਾਂ। ਮਤਲਬ ਕਿਸੇ ਨੂੰ ਜੇ ਦੱਸਦੇ ਹਾਂ, ਸਾਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਹੈ, ਆਪਣੇ ਧੀਆਂ ਪੁੱਤਾਂ ਦਾ ਹਵਾਲਾ ਦਿੱਤਾ ਜਾਂਦਾ, ਆਪਣੀ ਇੱਜ਼ਤ ਦਾ ਹਵਾਲਾ ਦਿੱਤਾ ਜਾਂਦਾ। ਅਤੇ ਮੈਨੂੰ ਲੱਗਦਾ ਕਿ ਸਾਡੀ ਤਾਂ ਕੋਈ ਇੱਜ਼ਤ ਵੀ ਨਹੀਂ ਹੈ, ਸਮਾਜ ਦੀ ਤਾਂ ਇੱਜ਼ਤ ਹੈ। ਜੇ ਉਹਨਾਂ ਦੀ ਇੱਜ਼ਤ ਜਾਂਦੀ ਤਾਂ ਉਹਨਾਂ ਨੂੰ ਬਹੁਤ ਵੱਡਾ ਸਦਮਾ ਜਿਹਾ ਲੱਗਦਾ ਔਰ ਸਾਨੂੰ ਹਮੇਸ਼ਾ ਰੋਕ ਦਿੱਤਾ ਜਾਂਦਾ ਕਿ ਨਹੀਂ, ਤੁਸੀਂ ਤਾਂ ਸਿਆਣੇ ਲੋਕ ਹੋ, ਤੁਸੀਂ ਤਾਂ ਮਹੰਤ ਲੋਕ ਹੋ, ਤੁਸੀਂ ਤਾਂ ਮਾफ़ ਕਰ ਦਿੰਦੇ ਹੋ। ਸੋ ਸਾਰੀ ਡਿਊਟੀਜ਼ ਤਾਂ ਸਾਡੀ ਨਹੀਂ ਹੈ ਨਾ ਵੀ ਅਸੀਂ ਸਾਰਿਆਂ ਨੂੰ ਮਾफ़ ਕਰਦੇ ਰਹੇ ਹਮੇਸ਼ਾ। ਔਰ ਜੇ ਅਸੀਂ ਕੋਈ ਸਾਡੀ ਛੋਟੀ ਜਿਹੀ ਵੀ ਗੱਲ ਨੂੰ ਇੰਨਾ ਵੱਡੀ ਗੱਲ ਬਣਾ ਕੇ ਸਮਾਜ ਵਿੱਚ ਪੇਸ਼ ਕੀਤਾ ਜਾਂਦਾ ਹੈ, ਜੇ ਅਸੀਂ ਕੋਈ ਬਦਤਮੀਜ਼ੀ ਕਰਦੇ ਜਾਂ ਅਸੀਂ ਕੋਈ ਹੱਲਾ ਬੋਲਦੇ ਹਾਂ, ਪ੍ਰੋਟੈਸਟ ਕਰਦੇ ਹਾਂ ਤੇ ਤੁਰੰਤ ਉਹ ਸੋਸ਼ਲ ਮੀਡੀਆਸ ਤੇ ਆ ਜਾਂਦਾ ਹੈ। ਹਾਂਜੀ ਬਿਲਕੁਲ, ਉਹ ਸਾਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਹੁੰਦੀ ਕਿ ਇਹ ਲੋਕ ਹਿਜੜੇ ਲੋਕ, ਕਿੰਨਰ ਲੋਕ ਦੇਖੋ ਕਿੰਨੇ ਬਦਤਮੀਜ਼ੀਆਂ ਕਰ ਰਹੇ ਹਨ। ਹਾਲਾਂਕਿ ਉਹਦੇ ਪਿੱਛੇ ਸਟੋਰੀ ਇਹ ਹੁੰਦੀ ਕਿ ਉਹ ਬਦਤਮੀਜ਼ੀਆਂ ਕਿਉਂ ਕਰ ਰਹੇ ਹਨ, ਕਿਸੇ ਫਰਸਟ੍ਰੇਸ਼ਨ ਦੀ ਆਊਟਕਮ ਹੁੰਦੀ ਹੈ। ਬਿਲਕੁਲ, ਸਾਡੇ ਬਚਪਨ ਤੋਂ ਤੁਸੀਂ ਇੱਕ ਬੱਚੇ ਨੂੰ ਇੱਕ ਰੇਜ਼ ਕਰਦੇ ਹੋ, ਗਰੋ ਕਰਦੇ ਹੋ ਆਪਣੇ ਘਰ ਵਿੱਚ ਵੀ, ਅਤੇ ਉਹਨੂੰ ਅੱਛੀ ਗੱਲਾਂ ਸਿਖਾਉਂਦੇ ਹੋ, ਉਹਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ। ਤੁਸੀਂ ਸੋਚਦੇ ਕਿ ਬੱਚੇ ਦੇ ਦਿਮਾਗ ਵਿੱਚ ਕੋਈ ਵੀ ਗਲਤ ਚੀਜ਼ਾਂ ਨਾ ਜਾਣ, ਅਤੇ ਸਾਡੇ ਦਿਮਾਗ ਵਿੱਚ ਤਾਂ ਬਚਪਨ ਤੋਂ ਹੀ ਮਤਲਬ ਗਲਤ ਚੀਜ਼ਾਂ ਪਾਈ ਗਈਆਂ, ਨੈਗਲੈਕਟ ਕੀਤਾ ਗਿਆ ਹੈ, ਡਿਸਕ੍ਰਿਮੀਨੇਸ਼ਨ ਹੁੰਦਾ ਵੀ ਚੱਲ ਤੂੰ ਹਿਜੜਾ ਹੈ, ਬਾਹਰ ਚੱਲ, ਇਹਨੂੰ ਬੱਚਿਆਂ ਤੋਂ ਅੱਡ ਸਮਝਿਆ ਜਾਂਦਾ ਬਾਕੀ ਬੱਚਿਆਂ ਤੋਂ। ਸੋ ਉਹ ਸਲੋਲੀ ਸਾਡੇ ਦਿਮਾਗ ਵਿੱਚ ਜਿਹੜਾ ਹੈ ਨਾ ਉਹ ਭਰ ਜਾਂਦਾ, ਅਤੇ ਸਾਨੂੰ ਲੱਗਦਾ ਕਿ ਸਮਾਜ ਨੇ ਸਾਨੂੰ ਇਹ ਨਸੂਰ ਦਿੱਤਾ ਹੈ, ਜਿਹੜੀ ਅੰਦਰ ਜਿਹੜੀ ਨਫ਼ਰਤ ਹੈ ਇਹ ਸਮਾਜ ਨੇ ਹੀ ਭਰੀ। ਉਹ ਬਾਅਦ 'ਚ ਫਰਸਟ੍ਰੇਸ਼ਨ ਦੇ ਨਤੀਜੇ, ਮਤਲਬ ਫਰਸਟ੍ਰੇਸ਼ਨ ਹੁੰਦਾ ਔਰ ਉਹਦਾ ਨਤੀਜਾ ਹੁੰਦਾ ਸੀ ਮਤਲਬ ਜੋ ਕੋਈ ਇਨਸਾਨ ਜਰਾ ਜਿਹਾ ਵੀ ਸਾਡੇ ਨਾਲ ਬਦਤਮੀਜ਼ੀ ਕਰਦਾ ਹੈ ਜਾਂ ਗਲਤ ਬੋਲਦਾ, ਅਸੀਂ ਫਿਰ ਮਤਲਬ ਉਹਦੇ ਨਾਲ ਉਸੇ ਤਰ੍ਹਾਂ ਪੇਸ਼ ਆਉਂਦਾ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਜੀ। ਅਤੇ ਉਸ ਚੀਜ਼ ਨੂੰ ਸਮਾਜ ਵਿੱਚ ਗਲਤ ਪੇਸ਼ ਕੀਤਾ ਜਾਂਦਾ ਹੈ
ਤੇ ਇੱਕ ਸਾਈਡ ਦੀ ਸਟੋਰੀ ਦੱਸੀ ਜਾਂਦੀ ਕਿ ਇਹ ਚੀਜ਼ ਇਹਨਾਂ ਨੇ ਇਹ ਕੀਤਾ ਉਹ ਕੀਤਾ। ਹਾਲਾਂਕਿ ਇਹ ਟ੍ਰੇਨਿੰਗ ਵੀ ਅਸੀਂ ਕਰਵਾ ਰਹੇ ਹਾਂ। 29 ਤਰੀਕ ਨੂੰ ਦਿੱਲੀ ਵਿੱਚ ਟ੍ਰੇਨਿੰਗ ਹੈ ਮੀਡੀਆ ਦੀ, ਜਿਹਦੇ ਵਿੱਚ ਮੀਡੀਆ ਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਇੱਕ ਟਰਾਂਸਜੈਂਡਰ ਦੀ ਜਿਹੜੀ ਸਟੋਰੀ ਹੈ ਜਾਂ ਕੋਈ ਵੀ ਨਿਊਜ਼ ਕਵਰ ਕਰਦੇ ਹੈ ਉਸ ਨੂੰ ਕਿਸ ਸੈਂਸਿਟੀਵਿਟੀ ਨਾਲ ਅਸੀਂ ਕਵਰ ਕਰਨੀ ਹੈ। ਅਸੀਂ ਕੋਈ ਵੀ ਸਟੋਰੀ ਹੈ, ਸਪੋਜ਼ ਮੈਂ ਕੋਈ ਕ੍ਰਾਈਮ ਕਰਦੇ, ਧਨੰਜੇ ਨੇ ਕੋਈ ਕ੍ਰਾਈਮ ਕੀਤਾ ਤੇ ਉਹ ਸਿਰਫ ਮੈਂ ਕੀਤਾ ਨਾ ਕਿ ਕਿੰਨਰ ਨੇ, ਹੈ ਨਾ। ਸੋ ਸਾਰੇ ਸਮਾਜ ਨੂੰ ਤਾਂ ਉਸ ਕੈਟਾਗਰੀ 'ਚ ਨਹੀਂ ਖੜਾ ਕਰ ਸਕਦੇ। ਸੋ ਇਹ ਬਹੁਤ ਔਰ ਉਹਦੇ ਪ੍ਰੋਨਾਊਨਸ ਵੀ ਬੜਾ ਧਿਆਨ ਨਾਲ ਵੀ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਸੰਬੋਧਿਤ ਕਰਦੀ ਹੈ ਜਾਂ ਕਰਦਾ ਹੈ ਉਸ ਨੂੰ, ਜਾਂ ਫਿਰ ਉਹਨੂੰ ਖੁਸਰਾ ਬੋਲਣਾ ਹੈ, ਹਿਜੜਾ ਬੋਲਣਾ, ਤੇ ਉਹ ਵਿਦਾਊਟ ਹਿਸ ਔਰ ਹਰ ਪਰਮਿਸ਼ਨ ਵੀ ਕਾਂਟ ਸੇ, ਔਰ ਬਹੁਤ ਸੈਂਸਿਟੀਵਿਟੀ ਨਾਲ, ਕਿਉਂਕਿ ਉਹ ਇਨਸਾਨ ਹੈ, ਉਸ ਇਨਸਾਨ ਨੇ ਬੜੀ ਮੁਸ਼ਕਿਲ ਨਾਲ ਆਪਣੀ ਜ਼ਿੰਦਗੀ ਨੂੰ ਇੱਕ ਇਸ ਤਰ੍ਹਾਂ ਦੇ ਸਤਰ 'ਤੇ ਲੈ ਕੇ ਆਈ, ਸਮਾਜ ਦੇ ਮੁੱਖ ਧਾਰੇ 'ਤੇ ਜਿਹੜੇ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜੇ ਉੱਥੋਂ ਵੀ ਉਹਨੂੰ ਨੈਗਲੈਕਟ ਕੀਤਾ ਜਾਏਗਾ ਫਿਰ ਵਾਪਸ ਉਹ ਹਿਜੜਾ ਸਮਾਜ ਵਿੱਚ ਚਲਾ ਜਾਏਗਾ। ਜਿਸ ਤਰ੍ਹਾਂ ਹੁਣ ਫੂਡ ਟਰੱਕ ਦਾ ਹੀ ਹੈ, ਫੋਰ ਐਗਜ਼ਾਮਪਲ, ਜੇ ਨਹੀਂ ਸਮਾਜ ਮੈਨੂੰ ਕੁਝ ਸਪੋਰਟ ਕਰਦਾ ਹੈ, ਨੌਕਰੀ ਵੀ ਨਹੀਂ ਉਹਨਾਂ ਦੇ ਕੋਲ ਹੈਗੀ ਹੈ, ਜਾਂ ਛੋਟਾ ਮੋਟਾ ਬਿਜ਼ਨਸ ਵੀ ਨਹੀਂ ਆਪਣਾ ਕਰਨ ਦੇ ਰਹੇ, ਸਿਰਫ ਇਕੱਲੇ ਮੈਂ ਤਾਂ ਨਹੀਂ ਕਰਨਾ, 5-7 ਲੋਕ ਹੋਰ ਵੀ ਰਹਿਣਗੇ ਮੇਰੇ ਨਾਲ। ਸੋ ਜੇ ਨਹੀਂ ਹੁੰਦਾ ਤੇ ਮੇਰੇ ਦਿਮਾਗ 'ਚ ਇਹੀ ਹੁਣ ਬਾਰ-ਬਾਰ ਇਹੀ ਆ ਰਿਹਾ ਕਿ ਵੀ ਵਾਪਸ ਘਰ ਵਾਪਸ ਹੀ ਚਲੋ, ਮਤਲਬ ਹਿਜੜਿਆਂ ਵਿੱਚ ਵਾਪਸ ਚਲੇ ਜਾਓ। ਤੇ ਤੁਸੀਂ ਸੋਚੋ, ਸਰਕਾਰ ਵਾਸਤੇ ਤਾਂ ਬੜੀ ਨਾਕਾਮੀ ਹੈ। ਸਰਕਾਰ ਨੂੰ ਤਾਂ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਇੱਕ ਇਨਸਾਨ ਜਿਹੜਾ 20-25 ਸਾਲ ਤੋਂ ਸਟਰਗਲ ਕਰ ਰਿਹਾ, ਜਿਸ ਨੂੰ ਦੇਖ ਕੇ ਬਾਕੀ ਟਰਾਂਸਜੈਂਡਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੈ, ਮੋਟੀਵੇਸ਼ਨਸ ਹੈ, ਜੇ ਮੈਂ ਵਾਪਸ ਚਲੇਗੀ ਤਾਂ ਬਾਕੀ ਟਰਾਂਸਜੈਂਡਰ ਦੇ ਅੰਦਰ ਤਾਂ ਹਤਾਸ਼ਾ ਰਹੇਗੀ। ਉਹ ਕਹਿਣਗੇ ਵੀ ਜੇ ਇਸ ਨੂੰ ਕੁਝ ਨਹੀਂ ਮਿਲਿਆ ਤਾਂ ਸਾਨੂੰ ਕੀ ਮਿਲਣਗੇ। ਵੈਸੇ ਵੀ ਹਿਜੜੇ ਸ਼ੁਰੂ ਤੋਂ ਮੈਨੂੰ ਕਹਿੰਦੇ ਵੀ ਤੁਸੀਂ ਕਿਹੜਾ DC ਬਣ ਜਾਣਾ, ਹੈ ਨਾ। ਸੋ ਜਿਹੜੀ ਉਹ ਕਹਾਵਤ ਹੈ ਜਾਂ ਸਮਝ ਲਓ, ਤੇ ਉਹ ਇਹ ਨਾ ਹੋ ਕਿ ਸੱਚ ਹੋ ਜਾਵੇ ਜੀ। ਜੇ ਵਾਪਸ ਜਾ ਕੇ ਮੈਂ ਇਹੀ ਕਹੂੰਗੀ ਵੀ ਨਾ ਜਾਓ ਸਮਾਜ ਵਿੱਚ, ਉੱਥੇ ਕੁਝ ਵੀ ਨਹੀਂ, ਉੱਥੇ ਸੈਕਸ਼ੂਅਲ ਐਕਸਪਲੋਇਟੇਸ਼ਨ ਹੈ। ਕੋਈ ਤੁਹਾਨੂੰ ਕਹੇਗਾ ਕਿ ਮੈਂ ਤੁਹਾਨੂੰ ਗੋਦ ਲੈ ਰਿਹਾ, ਮੈਂ ਤੁਹਾਨੂੰ ਆਪਣੇ ਘਰ 'ਚ ਰੱਖ ਰਿਹਾ, ਕੋਈ ਕਿਸੇ ਦੇ ਘਰ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉੱਥੇ ਵੀ ਐਕਸਪਲੋਇਟੇਸ਼ਨ ਹੈ, ਬਿਲਕੁਲ, ਹੈ ਨਾ। ਔਰ ਅਸੀਂ ਬੜੀ ਚੰਗਾ ਬਣਨ ਦੀ ਕੋਸ਼ਿਸ਼, ਕਿਉਂ ਚੰਗਾ ਬਣਨ ਦੀ ਕੋਸ਼ਿਸ਼ ਕਰੀਏ, ਸਮਾਜ ਕਿਉਂ ਨਹੀਂ ਚੰਗਾ ਬਣਦਾ, ਹੈ ਨਾ। ਬਿਲਕੁਲ, ਸਾਨੂੰ ਹਮੇਸ਼ਾ ਸਿਖਾਇਆ ਜਾਂਦਾ ਵੀ ਤੁਸੀਂ ਚੁੱਪ ਰਹੋ, ਤੁਸੀਂ ਨਾ ਬੋਲਿਆ ਕਰੋ, ਇਹ ਕਰੋ ਉਹ ਕਰੋ। ਅਸੀਂ ਕਿਉਂ ਹਮੇਸ਼ਾ ਸਾਨੂੰ ਕੋਈ ਚੁੱਪ ਕਰਾਇਆ ਜਾਂਦਾ ਹੈ ਜੀ। ਤਲਖੀ ਜਿਹੜੀ ਹੈ, ਤਲਖੀ ਦੇ ਨਾਲ ਤੁਸੀਂ ਇਸ ਗੱਲ ਦਾ ਜਵਾਬ ਦਿੱਤਾ, ਔਰ ਜ਼ਾਹਿਰ ਹੈ ਕਿ ਇੰਨੀ ਕੁ ਚੀਜ਼ ਲਾਜ਼ਮੀ ਹੈ, ਕਿਉਂਕਿ ਬੰਦੇ ਦੀ ਫਰਸਟ੍ਰੇਸ਼ਨ ਜਿਹੜੀ ਹੈ ਫਿਰ ਇਸ ਲੈਵਲ 'ਤੇ ਬਾਹਰ ਆਉਂਦੀ ਹੈ। ਧਨੰਜੇ, ਜਦੋਂ ਅਸੀਂ ਸਿਨੇਮਾ ਦੇ ਲੈਵਲ ਦੇ ਨਾਲ ਗੱਲ ਕਰਦੇ ਹਾਂ, ਹੁਣ ਆਪਾਂ ਡਾਕੂਮੈਂਟਰੀ ਦੀ ਗੱਲ ਕੀਤੀ, ਨੈਸ਼ਨਲ ਅਵਾਰਡਸ ਦੀ ਗੱਲ ਕੀਤੀ, ਤੁਸੀਂ ਕਿਹਾ ਵੀ ਉਹਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ, ਉਹਦਾ ਬਣਾਉਣ ਵਾਲਿਆਂ ਨੂੰ ਫਾਇਦਾ ਹੋਇਆ, ਜਾਂ ਉਸ ਤਰ੍ਹਾਂ ਦੇ ਫਿਲਮ ਫੈਸਟੀਵਲਸ ਜਿਹੜੇ ਸਿਰਫ ਕੈਟਾਗਰੀਜ਼ ਬਣਾ ਕੇ ਵਾਹ ਬਟੋਰਦੇ ਨੇ, ਉਸ ਤੋਂ ਇਲਾਵਾ ਕਮਿਊਨਿਟੀ ਜਿਹੜੀ ਹੈ ਉਸ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚੈਨਲਸ ਦੀ ਗੱਲ ਕਰਦੇ ਹਾਂ, ਇੰਟਰਵਿਊਜ਼ ਦੀ ਗੱਲ ਕਰਦੇ ਹਾਂ, ਬੇਸ਼ੁਮਾਰ ਇੰਟਰਵਿਊਜ਼ ਤੁਹਾਡੀਆਂ ਵੀ ਕੀਤੀਆਂ ਗਈਆਂ, ਬੜੇ ਵਾਹਿਆਤ ਕਿਸਮ ਦੇ ਸਵਾਲ ਵੀ ਪੁੱਛੇ ਜਾਂਦੇ, ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਟਰਾਂਸਜੈਂਡਰ ਹੋ, ਸੋ ਜਾਂ ਕੁਝ ਉਸ ਤਰ੍ਹਾਂ ਦੀਆਂ ਸੈਕਸ਼ੂਅਲ ਮੋਲੈਸਟੇਸ਼ਨ ਦੇ ਕਿੱਸੇ ਜਿਹੜੇ ਨੇ ਉਹ ਤੁਹਾਨੂੰ ਸ਼ੇਅਰ ਕਰਨ ਵਾਸਤੇ ਕਹੇ ਜਾਂਦੇ ਨੇ, ਜਿਸ ਕਰਕੇ ਵਿਊਜ਼ ਤੇ ਲਾਈਕਸ ਜਿਹੜੇ ਨੇ ਬਟੋਰੇ ਜਾ ਸਕਣ। ਤੇ ਮੈਂ ਚਾਹੁੰਦੀ ਹਾਂ ਕਿ ਹੁਣ ਪ੍ਰੋਗਰਾਮ ਦੇ ਅੰਤ ਵਿੱਚ ਨਾ ਮੈਂ ਤੁਹਾਡੇ ਤੋਂ ਕੋਈ ਉਹ ਕਿੱਸਾ ਸੁਣਾ ਜਿਹੜਾ ਟਰਾਂਸਜੈਂਡਰ ਕਮਿਊਨਿਟੀ ਵਾਸਤੇ, ਤੁਹਾਡੇ ਸਾਰਿਆਂ ਵਾਸਤੇ ਸਕੂਨ ਦੇ ਹੋਵੇ। ਮਤਲਬ ਕੁਝ ਐਸੇ ਵੀ ਲੋਕ ਇੰਟੈਲੈਕਚੁਅਲ ਹੋਣਗੇ, ਚੰਗੇ ਵੀ ਹੋਣਗੇ, ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤਾ ਹੋਏਗਾ, ਜਿਨ੍ਹਾਂ ਨੇ ਕਿਹਾ ਹੋਏਗਾ ਵੀ ਕੋਈ ਗੱਲ ਨਹੀਂ, ਵੀ ਤੈਨੂੰ ਸਪੋਰਟ ਦੀ ਜ਼ਰੂਰਤ ਹੈ, ਤੂੰ ਆ ਸਾਡੀ ਜਗ੍ਹਾ ਲੈ ਲੈ, ਇਹਨੂੰ ਇਸਤੇਮਾਲ ਕਰ ਲੈ, ਜਾਂ ਅਸੀਂ ਤੇਰੇ ਵਾਸਤੇ ਖੜੇ ਹਾਂ, ਉਹਨਾਂ ਨੇ ਹੈਲਪ ਵੀ ਕੀਤੀ ਹੋਏਗੀ। ਸੋ ਸਕੂਨ ਦੇ ਐਕਸਪੀਰੀਅੰਸ ਮੈਂ ਪ੍ਰੋਗਰਾਮ ਦੇ ਐਂਡ 'ਚ ਸੁਣਨਾ ਚਾਹੂੰਗੀ। ਨਹੀਂ, ਸਕੂਨ ਤਾਂ ਉਹ ਜੇ ਅਸੀਂ ਸੋਚਦੇ ਹਾਂ ਤਾਂ ਹੁੰਦਾ ਵੀ ਸਕੂਨ ਵੀ, ਚਲੋ ਉਹਨਾਂ ਕਰਕੇ ਸੀ ਉਹ ਬਾਰ-ਬਾਰ ਜਿਹੜਾ ਡਿਸੀਜ਼ਨ ਮੇਰਾ ਉਹ ਸਸਪੈਂਡ ਹੋ ਜਾਂਦਾ ਹੈ ਕਿ ਮੈਂ ਕਹਿੰਦਾ ਨਹੀਂ ਅੱਜ ਮੈਂ ਚਲੇ ਜਾਣਾ। ਹੁਣ ਮੈਨੂੰ ਰੋਜ਼ ਕੋਈ ਨਾ ਕੋਈ ਡੇਰੇ ਵਿੱਚੋਂ ਆਉਂਦਾ ਵੀ ਸਾਡੇ ਕੋਲ ਆ ਜਾਏ, ਸਾਡੇ ਕੋਲ, ਫਿਰ ਮੈਂ ਕੋਈ ਨਾ ਕੋਈ ਇੱਦਾਂ ਦਾ ਰਹਿੰਦਾ ਕਿ ਵੀ ਨਹੀਂ, ਜੋ ਇੱਕ ਡੋਰੀ ਹੈ ਇੱਕ ਪਕੜ ਕੇ ਰੱਖਦੀ ਕਿ ਨਹੀਂ, ਜੋ ਮੈਂ ਸੁਪਨਾ ਦੇਖਿਆ ਸੀਗਾ ਉਹ ਸੁਪਨਾ ਪੂਰਾ ਕਰਨੇ ਦਾ ਅਜੇ ਮੈਂ ਮਤਲਬ ਸਟਰਗਲ ਤਾਂ ਕਰਨਾ ਪੈਂਦਾ ਹੈ। ਸੋ ਸਮਾਜ ਵਿੱਚ ਇੱਦਾਂ ਦੇ ਲੋਕ ਵੀ ਹੈਗੇ, ਬੇਸ਼ੱਕ ਉਹਨਾਂ ਕੋਲ ਪਾਵਰ ਨਹੀਂ ਹੈ ਨਾ, ਉਹ ਇਸ ਤਰ੍ਹਾਂ ਦੇ ਅਹੁਦਿਆਂ 'ਤੇ ਨਹੀਂ ਬੈਠੇ ਨੇ,
ਲੇਕਿਨ ਉਹਨਾਂ ਦੀ ਜਿਹੜੀ ਇੱਕ ਸੰਤਾਵਨਾ ਜਿਹੜੀ ਹੈਗੀ ਨਾ ਕਿ ਮੈਂ ਬਿਲਕੁਲ ਸਮਝਦੀ ਹਾਂ ਜੀ ਹਾਂ, ਕਿ ਉਹ ਤੁਹਾਨੂੰ ਹੈਗੀ। ਮੋਨੇਟਰੀ ਪਰਪਸ ਤੁਹਾਡਾ ਨਹੀਂ ਉਹ ਸੌਰਟ ਆਊਟ ਕਰ ਸਕਦੇ, ਪਰ ਕਿਤੇ ਨਾ ਕਿਤੇ ਉਹ ਜਿਹੜੀ ਤੁਹਾਡੀ ਤੁਹਾਨੂੰ ਦਿਮਾਗੀ ਤੌਰ ਤੇ ਸੰਤੁਲਿਤ ਕਰਨ ਦਾ ਕੰਮ ਕਰਦੇ ਆ, ਤੁਹਾਡੇ ਦਿਲ ਨੂੰ ਸਕੂਨ ਦਿੰਦੇ ਨੇ, ਇਸ ਤਰ੍ਹਾਂ ਦੀ ਵੀ ਲੋਕ ਮੇਰਾ ਹੁੰਦੇ। ਸਭ ਤੋਂ ਵੱਡਾ ਸਪੋਰਟ ਹੈ ਜਿਹੜਾ ਮੇਰਾ ਪਾਰਟਨਰ ਹੈ ਟਰਾਂਸਮੈਨ ਹੈਗਾ, ਸੋ ਰੁਦਰ ਪ੍ਰਤਾਪ ਸਿੰਘ, ਉਹਦਾ ਜੀ। ਬਹੁਤ ਸਪੋਰਟ ਹੈ। ਜੀ। ਅਗਰ ਉਹ ਨਾ ਹੁੰਦਾ ਤਾਂ ਮੈਂ ਸ਼ਾਇਦ ਕਦੋਂ ਦੀ ਮੈਂ ਹਿਜੜਿਆਂ ਵਿੱਚ ਚਲੇ ਜਾਣਾ ਸੀਗਾ। ਜੀ। ਸੋ ਉਹ ਹਮੇਸ਼ਾ ਹੀ ਮੈਨੂੰ ਮੋਟੀਵੇਟ ਕਰਦਾ ਹੈ, ਹਾਲਾਂਕਿ ਮੇਰੇ ਤੋਂ ਛੋਟਾ ਹੈ, 20 ਸਾਲ ਛੋਟਾ ਹੈ ਜੀ। ਅਤੇ ਬਟ ਔਰ ਜੋਬ ਕਰਦਾ ਹੈ। ਜੀ। ਜੇ ਉਹਦਾ ਸਪੋਰਟ ਨਾ ਹੁੰਦਾ ਤਾਂ ਅਸੀਂ ਤਾਂ ਭੁੱਖੇ ਮਰ ਜਾਣਾ ਸੀ। ਉਹ ਜੋਬ ਕਰ ਰਿਹਾ, ਜੀ। ਅੱਛੀ ਕੰਪਨੀ ਜੋਬ ਕਰ ਰਿਹਾ, ਉਹਨੂੰ ਜੋਬ ਮਿਲ ਗਈ ਸੀਗੀ ਜੀ। ਔਰ ਜੋਬ ਵੀ ਮਲਟੀਨੈਸ਼ਨਲ ਕੰਪਨੀ 'ਚ ਮਿਲੀ ਜਿੱਥੇ ਡਾਇਵਰਸਿਟੀ ਐਂਡ ਇਨਕਲੂਜਨ ਹੈਗਾ। ਜੀ। ਸੋ ਉੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਬਟ ਸਾਰੀ ਕੰਪਨੀਜ਼ ਤਾਂ ਇਸ ਤਰ੍ਹਾਂ ਦੀ ਨਹੀਂ ਹੈਗੀਆਂ। ਜੀ। ਔਰ ਉਹਦਾ ਸਪੋਰਟ ਨਾ ਹੁੰਦਾ ਤਾਂ ਸ਼ਾਇਦ ਮੈਂ ਨਾ ਹੁੰਦੀ। ਜਿਸ ਤਰ੍ਹਾਂ ਆਯੁਸ਼ਮਾਨ ਖੁਰਾਨਾ ਦਾ ਮੈਂ ਨਾਮ ਲਊਂਗੀ, ਉਹਨਾਂ ਨੇ ਵਿਚਾਰਿਆਂ ਨੇ ਉਹਨਾਂ ਦਾ ਪਰਿਵਾਰ ਖੁਸ਼ ਰਹੇ, ਅਸੀਂ ਤਾਂ ਦੁਆਵਾਂ ਦਿੰਦੇ ਕਿ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੋ ਅਸੀਂ ਕਿਹਾ ਉਹਨਾਂ ਨੇ ਕੀਤਾ ਹੈ। ਜੀ। ਉਹਨਾਂ ਨੇ ਇਨਵੈਸਟ ਕੀਤਾ ਅਤੇ ਉਹਨਾਂ ਨੇ ਸਾਨੂੰ ਫੂਡ ਵੈਨ ਦਿੱਤੀ। ਇਸ ਤਰ੍ਹਾਂ ਦੇ ਲੋਕ ਵੀ ਹੈਗੇ ਬਹੁਤ ਸਾਰੇ, ਜਿੱਥੇ ਜਿਸ ਤਰ੍ਹਾਂ ਯੂਨੀਵਰਸਿਟੀ ਨੇ ਵੀ, ਮੈਂ ਕਹੂੰਗੀ ਪੰਜਾਬ ਯੂਨੀਵਰਸਿਟੀ ਨੇ ਜੋ ਅਸੀਂ ਕਿਹਾ ਉਹਨਾਂ ਨੇ ਕੀਤਾ। ਜਦੋਂ ਐਜੂਕੇਸ਼ਨ ਮੈਂ ਲੈ ਰਹੀ ਸੀ ਉਹਨਾਂ ਨੇ ਸੈਪਰੇਟ ਵਾਸ਼ਰੂਮ ਬਣਵਾਏ, ਫ੍ਰੀ ਐਜੂਕੇਸ਼ਨ ਕੀਤੀ ਹੈ, ਅਤੇ ਸੈਪਰੇਟ ਹੋਸਟਲ ਉਹ ਵੀ ਫ੍ਰੀ ਹੋਸਟਲ ਕੀਤਾ ਹੈ, ਅਤੇ ਜਿਹੜੇ ਖਾਣਾ ਉੱਥੇ ਮਿਲਦਾ ਉਹ ਵੀ ਸਬਸਿਡਾਈਜ਼ ਹੈਗਾ, ਕਾਫੀ ਬਹੁਤ ਘੱਟ, ਔਰ ਹੋ ਸਕਦਾ ਕਿ ਹੁਣ ਆਉਣ ਵਾਲੇ ਸਮੇਂ 'ਚ ਖਾਣਾ ਵੀ ਫ੍ਰੀ ਮਿਲੇਗਾ। ਸੋ ਪੜ੍ਹਨ ਦਾ ਜਿਹੜਾ ਪੜ੍ਹਾਈ ਦਾ ਤਾਂ ਚਲੋ ਹੈਗਾ, ਲੇਕਿਨ ਕਾਲਜ ਔਰ ਵਿੱਚ ਨਹੀਂ ਹੈਜੇਗਾ। ਕਾਲਜ ਵਿੱਚ ਵੀ ਅਸੀਂ ਚਾਹ ਰਹੇ ਸੀ ਵੀ ਅਸੀਂ ਕਾਲਜਾਂ ਵਿੱਚ ਵੀ ਹੋਣਾ ਜੀ। ਇੱਕ ਜਗ੍ਹਾ ਇਨੀਸ਼ੀਏਟਿਵ ਲਿਆ ਗਿਆ ਅਤੇ ਉਹ ਜ਼ਾਹਿਰ ਹੈ ਕਿ ਉਹ ਹੁਣ ਅੱਗੇ ਜਿਹੜੀ ਇੱਕ ਵਧੀਆ ਮਨੋਰਥ ਦੇ ਨਾਲ ਤੁਸੀਂ ਅੱਗੇ ਚੱਲ ਰਹੇ ਹੋ ਅਤੇ ਉਹ ਅੱਗੇ ਮਲਟੀਪਲਾਈ ਚੀਜ਼ਾਂ ਹੋਣਗੀਆਂ ਹੀ ਹੋਣਗੀਆਂ। ਧਨੰਜੇ, ਤੁਸੀਂ ਗਾਉਂਦੇ ਵੀ ਬਹੁਤ ਸੋਹਣਾ ਅਤੇ ਮੈਂ ਤੁਹਾਡੇ ਤੋਂ ਅਕਸਰ ਗੀਤ ਸੁਣੇ ਵੀ ਨੇ, ਅਤੇ ਜਾਂਦੇ ਜਾਂਦੇ ਇੱਕ ਗੀਤ ਉਮੀਦ ਦਾ, ਇੱਕ ਗੀਤ ਖੁਸ਼ੀ ਦਾ, ਆਪਣੇ ਨਾਮ। ਤੁਮਕੋ ਹਮ ਦਿਲ ਮੇਂ बसा लेंगे, तुम आओ तो सही, सारे हम नाज उठा लेंगे, तुम आओ तो सही, तुमको हम दिल में बसा लेंगे, तुम आओ तो सही, एक वादा करो अब हमसे ना बिछड़ोगे कभी, एक वादा करो अब हमसे ना बिछड़ोगे कभी, नाज हम सारे उठा लेंगे, तुम आओ तो सही, तुमको हम दिल में बसा लेंगे, तुम आओ तो सही, तुमको हम दिल में। ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਰੋਮਾਂਚਕ ਲੱਗੀ ਹੋਏਗੀ, ਔਰ ਜ਼ਰੂਰੀ ਹੈ ਕਿ ਅਸੀਂ ਵੀ ਹੰਭਲਾ ਮਾਰੀਏ ਆਪਣੇ ਤੌਰ 'ਤੇ, ਔਰ ਤੁਸੀਂ ਵੀ ਕੋਸ਼ਿਸ਼ ਕਰੋ ਕਿ ਜਿੱਥੇ ਵੀ ਜੋ ਵੀ ਸਾਡੇ ਤੋਂ ਬਣ ਹੁੰਦਾ ਹੈ, ਕਿਉਂਕਿ ਕਮਿਊਨਿਟੀ ਵਾਸਤੇ ਕੁਝ ਕਰਨਾ ਸਾਡੀ ਜ਼ਿੰਮੇਵਾਰੀ ਹੈ। ਜੇਕਰ ਤੁਸੀਂ ਸੰਸਾਰ 'ਤੇ ਭੇਜੇ ਗਏ ਹੋ ਅਤੇ ਆਪਣੀ ਦੇਹ ਦੀ ਅਰੋਗਤਾ ਦੇ ਨਾਲ ਨਾਲ ਅਸੀਂ ਕੁਝ ਉਸ ਤਰ੍ਹਾਂ ਦੇ ਕੰਮ ਵੀ ਕਰੀਏ ਜੋ ਸਮਾਜ ਨੂੰ ਕੁਝ ਦੇ ਕੇ ਜਾ ਸਕਣ, ਕੁਦਰਤ ਵਾਸਤੇ ਲਾਹੇਵੰਦ ਸਾਬਿਤ ਹੋ ਸਕਣ। ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਔਰ ਇਸ ਦਾ ਸਦਉਪਯੋਗ ਅਸੀਂ ਜ਼ਰੂਰ ਕਰੀਏ। ਧਨੰਜੇ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਣਾ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਦੇ ਰਹੋ ਦਾਰ ਨਿਊਜ਼।